ਹੁਣ ਸਾਡੇ ਆਪਣੇ ਹੀ ਪੱਗਾਂ ਵਾਲੇ ਕਹਿੰਦੇ ਆ ਵੀ ਇਹਦੇ ਪ੍ਰੂਫ ਦਿਓ। ਬੇਅਦਬੀ ਦਾ ਪ੍ਰੂਫ ਚਾਹੀਦਾ ਤੁਹਾਨੂੰ। ਮੈਂ ਦਾਅਵਾ ਕਰਦਾ ਆ, ਮੈਂ ਲਿਖ ਕੇ ਦੇਣ ਨੂੰ ਇਸ ਗੱਲ ਨੂੰ ਤਿਆਰ ਆ ਜੀ। ਅੱਜ ਤੋਂ ਬਾਅਦ, ਉਸ ਦਿਨ ਤੋਂ ਬਾਅਦ ਜਿਨ੍ਹਾਂ ਨੇ ਉਹ ਵੀਡੀਓ ਕਲਿੱਪਾਂ ਦੇਖੀਆਂ, ਮੇਰਾ ਖਿਆਲ ਗੁਰਦੁਆਰੇ ਸਾਹਿਬ ਦੇ ਬੇਸ਼ੱਕ ਦੀ ਬੂਹੇ ਖੁੱਲੇ ਛੱਡ ਦਿਓ, ਕੋਈ ਜ਼ੁਰਤ ਨਹੀਂ ਕਰੂਗਾ। ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਜੇ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੇ ਨਾਲ ਕੋਈ ਬੇਅਦਬੀ ਕਰਦਾ ਜਾਂ ਉਹਨੂੰ ਇਸ ਤਰੀਕੇ ਦੇ ਨਾਲ ਉਹਦੀ ਇਨਸਲਟ ਕਰਨ ਦੀ ਕੋਸ਼ਿਸ਼ ਕਰਦਾ, ਅਸੀਂ ਉੱਥੇ ਖੜਾਂਗੇ। ਇਹ ਬਹੁਤ ਵੱਡੀ ਗੱਲ ਹੈ। ਕਿਤੇ ਨਾ ਕਿਤੇ ਜੇ ਆਪਾਂ ਧਰਮ ਨੂੰ ਖੜਾਉਣਾ ਚਾਹੀਦਾ। ਇਸ ਟਾਈਮ ਤਾਂ ਹਿੰਦੂ ਮੁਸਲਿਮ ਹਰ ਭਾਈਚਾਰੇ ਨੂੰ ਖੜਨਾ ਚਾਹੀਦਾ ਕਿ ਹਾਂ ਬਈ ਇਹ ਤਾਂ ਕੋਈ ਕਿ ਹਾਂ ਵੀ ਗਲਤ ਕਰ ਰਿਹਾ ਸੀਗਾ, ਦਿੱਤੀ ਸਜ਼ਾ। ਇੱਕ ਵੱਡੀ ਗੱਲ ਇਹ ਵੀ ਨਾਲ ਜੁੜਦੀ ਹੈ ਕਿ ਜਦੋਂ ਵੀ ਕੋਈ ਬੇਅਦਬੀ ਕਰਦਾ, ਉਹ ਕਹਿ ਦਿੰਦੇ ਆ ਇਹਦਾ ਦਿਮਾਗ ਨਹੀਂ ਸਹੀ। ਜੇ ਇਹਦਾ ਦਿਮਾਗ ਨਹੀਂ ਸਹੀ ਤੇ ਆਪਦੇ ਘਰੇ ਭਾਈ ਆਪਣੀਆਂ ਬੁੜੀਆਂ ਕੁੜੀਆਂ ਘਰੇ ਬੈਠੀਆਂ, ਉਹਨਾਂ ਨਾਲ ਕਿਉਂ ਨਹੀਂ ਗੱਲ ਹੁੰਦਾ? ਜਿੰਨੇ ਵੀ ਕਮਲੇ ਇਹਨਾਂ ਨੂੰ ਗੁਰੂ ਘਰ ਹੀ। ਜੇ ਹੁਣ ਇਹ ਕਹਿੰਦੇ ਵੀ ਇਹ ਬਹੁਤ ਦਰਦਮਈ ਮੌਤ ਦਿੱਤੀ ਗਈ ਆ, ਕਿ ਜਿੱਦਣ ਦਰਬਾਰ ਸਾਹਿਬ ਤੇ ਅਟੈਕ ਹੋਇਆ, 12 ਸਾਲ ਦੇ ਬੱਚੇ, 12 ਮਹੀਨਿਆਂ ਦੇ ਬੱਚੇ ਦੁੱਧ ਚੁੰਘਦੇ ਮਾਵਾਂ ਦੀਆਂ ਕੁੱਖਾਂ ਚੋਂ ਫੜ ਕੇ ਭਾਰਤੀ ਫੌਜ ਨੇ ਕੰਧਾਂ 'ਚ ਮਾਰੇ, ਕੀ ਉਹ ਇਨਸਾਨੀਅਤ ਸੀ? ਗਲਾਂ 'ਚ ਟਾਇਰ ਪਾਏ ਗਏ, ਟਾਇਰ ਲੈ ਕੇ ਦੇਖੋ ਸਿਖੜਾ ਕੈਸੇ ਨਾਚਤਾ ਹੈ, ਇਹ ਨਾਅਰਾ ਦਿੱਤਾ ਗਿਆ। ਨਵਜੀਤ ਸਿੰਘ ਗੁੱਗੂ ਨਾਂ ਦਾ ਜਿਹੜਾ ਨੌਜਵਾਨ ਹੈ, ਉਹਦਾ ਵੀ ਇਹ ਬਿਆਨ ਸਿਗਾਰੇ ਭਾਜੀ ਆਇਆ, ਕਹਿੰਦਾ ਕਿ ਇੱਦਾਂ ਜਿਹੜਾ ਟੰਗਿਆ ਆ ਉਹ ਕਿਤੇ ਨਾ ਕਿਤੇ ਲੋਕਾਂ ਨੂੰ ਐਂਟੀ ਕਰਾ ਗਿਆ ਸਾਡੇ। ਇਹਨੂੰ ਠੱਲਣ ਦਾ ਤਰੀਕਾ ਹੋਰ ਕੀ ਸੀ ਹਨਾ, ਤੁਸੀਂ ਦੱਸ ਦਿਓ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਮਨੀ ਕੁਲਾਰ। ਸੋ ਪ੍ਰੋਗਰਾਮ ਗਰਮ ਮੁੱਦਾ ਲੈ ਕੇ ਹਾਜ਼ਰ ਹਾਂ ਇੱਕ ਵਾਰੀ ਫੇਰ ਤੁਹਾਡੇ ਨਾਲ, ਸਾਰਿਆਂ ਦੇ ਨਾਲ। ਜਿਵੇਂ ਤੁਸੀਂ ਜਾਣਦੇ ਹੋ ਕਿ ਪਿਛਲੇ ਦਿਨੀ ਦੁਸਹਿਰੇ ਵਾਲੇ ਦਿਨ ਸਿੰਘੂ ਬਾਰਡਰ 'ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦਾ ਮੁੱਦਾ ਸਾਹਮਣੇ ਆਉਂਦਾ ਆ, ਔਰ ਉਹ ਸ਼ਖਸ ਸਾਡੇ ਪੰਜਾਬ ਤੋਂ ਨਿਕਲਦਾ, ਤਰਨਤਾਰਨ ਜ਼ਿਲ੍ਹੇ ਨੂੰ ਬਿਲੋਂਗ ਕਰਦਾ, ਤਾਂ ਔਰ ਮੌਕੇ 'ਤੇ ਨਿਹੰਗ ਸਿੰਘਾਂ ਵੱਲੋਂ ਉਹਨੂੰ ਸੋਧਾ ਲਾ ਦਿੱਤਾ ਜਾਂਦਾ, ਉਹਦਾ ਗੁੱਟ ਵੱਢ ਦਿੱਤਾ ਜਾਂਦਾ, ਉਹਦੀ ਲੱਤ ਵੱਢ ਦਿੱਤੀ ਜਾਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਇਹ ਚੀਜ਼ ਚੰਗੀ ਲੱਗੀ, ਕਈਆਂ ਨੇ ਕਿਹਾ ਬਹੁਤ ਸੋਹਣਾ ਕੀਤਾ, ਕਈਆਂ ਨੇ ਇਹ ਵੀ ਕਿਹਾ ਕਿ ਇਹ ਕੰਮ ਗਲਤ ਹੋਇਆ, ਇੱਦਾਂ ਨਹੀਂ ਸੀ ਕਰਨਾ ਚਾਹੀਦਾ। ਹਰ ਇੱਕ ਦਾ ਆਪਣਾ ਆਪਣਾ ਸਪਸ਼ਟੀਕਰਨ ਹੈ। ਸੋ ਇਸ ਸਾਰੇ ਮੁੱਦੇ ਨੂੰ ਗੱਲ ਕਰਨ ਲਈ ਮੇਰੇ ਨਾਲ ਸਾਡੇ ਬਹੁਤ ਹੀ ਸੀਨੀਅਰ, ਸਾਡੇ ਨਗਰ ਤੋਂ ਹੀ ਨੇ, ਸਾਡੇ ਵੱਡੇ ਭਾਜੀ ਨੇ, ਔਰ ਨੌਲੇਜ ਰੱਖਦੇ ਨੇ, ਐਜੂਕੇਸ਼ਨ ਰੱਖਦੇ ਨੇ ਇਸ ਚੀਜ਼ ਬਾਰੇ। ਸਿੰਗਾਰਾ ਸਿੰਘ ਕਲਾਰ ਕੁਹਾੜ ਸਾਹਿਬ, ਅਸੀਂ ਇਹਨਾਂ ਨੂੰ ਕਹਿੰਦੇ ਹੁੰਦੇ ਪਿਆਰ ਦੇ ਨਾਲ, ਉਹ ਸਾਡੇ ਨਾਲ ਜੁੜੇ ਨੇ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਅਤੇ ਉਹਨਾਂ ਦੇ ਨਾਲ ਮੇਰਾ ਵੀਰ ਜਗਤਾਰ ਸਿੰਘ ਜੱਗਾ, ਪਿਆਰ ਦੇ ਨਾਲ ਅਸੀਂ ਜੱਗਾ ਕਹਿੰਦੇ, ਜੱਗਾ ਨਾਲ ਹੈ ਮੇਰੇ। ਜੱਗੇ ਸਤਿ ਸ਼੍ਰੀ ਅਕਾਲ। ਸੋ ਜਿੱਦਾਂ ਪਿੰਡਾਂ ਦੀਆਂ ਮੁੱਖਾਂ ਦੇ ਉੱਤੇ, ਪਿੰਡਾਂ ਦੀਆਂ ਸੱਥਾਂ ਦੇ ਵਿੱਚ ਆਮ ਅਸੀਂ ਗੱਲਾਂ ਸੁਣਦੇ ਹਾਂ, ਉਸੇ ਤਰ੍ਹਾਂ ਦੀਆਂ ਗੱਲਾਂ ਅਸੀਂ ਅੱਜ ਕਰਾਂਗੇ, ਪਰ ਕਰਾਂਗੇ ਕੈਮਰੇ ਦੇ ਸਾਹਮਣੇ ਹੋ ਕੇ। ਕਿਵੇਂ ਗੱਲਾਂ ਚੱਲਦੀਆਂ ਨੇ ਸਿੰਗਾਰੇ ਭਾਜੀ? ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਸਾਰੇ ਮੁੱਦੇ ਨੂੰ, ਇਹ ਸਾਰੇ ਜੋ ਵੀ ਹੋਇਆ, ਮਾੜਾ ਹੋਇਆ ਚੰਗਾ ਹੋਇਆ, ਲੋਕਾਂ ਦੇ ਆਪਣੇ ਆਪਣੇ ਤਰਕ ਨੇ ਜੀ। ਤੁਸੀਂ ਕਿਸ ਤਰੀਕੇ ਨਾਲ ਦੇਖਦੇ ਆ ਵੀ ਇਹ ਜੋ ਵੀ ਹੋਇਆ, ਕੀ ਮਤਲਬ ਕੀ ਤੁਸੀਂ ਕਹਿਣਾ ਚਾਹੁੰਦੇ ਇਹਦੇ ਬਾਰੇ? ਇਹ ਹਰੇਕ ਧਰਮ ਦਾ ਆਪੋ ਆਪਣਾ ਧਾਰਮਿਕ ਗ੍ਰੰਥ ਹੁੰਦਾ। ਬਿਲਕੁਲ। ਤੇ ਹਰੇਕ ਜਿਹੜਾ ਧਰਮ ਆ ਉਹ ਆਪਣੇ ਲਿਖਤੀ ਪੜ੍ਹਤੀ ਧਾਰਮਿਕ ਗ੍ਰੰਥਾਂ ਤੋਂ, ਜਾਂ ਕਹਿ ਲਓ ਵੀ ਜੇ ਉਹਨਾਂ ਨੂੰ ਪਤਾ ਹੀ ਨਾ ਹੋਊਗਾ ਅਸੀਂ ਕੌਣ ਆ, ਬਿਲਕੁਲ, ਸਾਡਾ ਧਰਮ ਕੀ ਆ, ਉਹਦੇ ਹਿਸਾਬ ਨਾਲ ਇਨਸਾਨ ਅੱਗੇ ਨਹੀਂ ਜਾ ਸਕਦਾ। ਇਸ ਕਰਕੇ ਸਭ ਤੋਂ ਜ਼ਿਆਦਾ ਸਿੱਖ ਧਰਮ ਦੇ ਵਿੱਚ 10 ਪਾਤਸ਼ਾਹੀਆਂ ਤੋਂ ਬਾਅਦ ਜੇ ਸਭ ਤੋਂ ਵੱਧ ਮਾਣ ਸਤਿਕਾਰ ਆਦਬ ਦਿੱਤਾ ਜਾ ਰਿਹਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤਾ ਜਾ ਰਿਹਾ ਜੀ। ਇਹ ਜੋ ਗੱਲ ਉਦਣ ਹੋਈ ਆ, ਉਹਦੇ ਮੁਤਾਬਕ ਮੈਂ ਤਾਂ ਇਹ ਕਹੂੰਗਾ ਵੀ ਜੋ ਉਹਨਾਂ ਨੇ ਕੀਤਾ ਆਪਣੇ ਧਾਰਮਿਕ ਗ੍ਰੰਥ ਦੀ ਰੱਖਿਆ ਬਦਲੇ ਨਿਹੰਗ ਸਿੰਘਾਂ ਨੇ, ਠੀਕ ਕੀਤਾ। ਦੁੱਖ ਦੀ ਗੱਲ ਇਹ ਆ ਵੀ ਮਰਨ ਵਾਲਾ ਸ਼ਖਸ ਪੰਜਾਬ ਦਾ ਸੀ ਜੀ। ਇਹ ਦੁੱਖ ਦੀ ਗੱਲ ਆ ਕਿ ਕੀ ਹੋਇਆ ਜੇ ਪੰਜਾਬ ਦਾ ਉਹ ਨਾ ਹੁੰਦਾ। ਹੋ ਸਕਦਾ ਫਿਰ ਅਸੀਂ ਗੈਰ ਨੂੰ ਤਾਂ ਕਹਿੰਦੇ ਵੀ ਤੂੰ ਹੋਰ ਸਟੇਟ ਤੋਂ ਬਿਲੋਂਗ ਕਰਦਾ, ਹੋਰ ਕਿਸੇ ਧਰਮ ਨਾਲ, ਪਰ ਉਹ ਸ਼ਖਸ ਵੀ ਪੰਜਾਬ ਦਾ ਨਿਕਲਿਆ। ਅਤੇ ਜਿਹਨੇ ਇਹ ਮੰਨਿਆ ਆ, ਸੁਣਨ ਵਿੱਚ ਆਇਆ, ਜਿਵੇਂ ਜਿਵੇਂ ਆ ਵਿਊ ਆ ਰਿਹਾ ਵੀ ਉਹ ਬੰਦਾ ਕਹਿੰਦਾ ਵੀ 20 ਬੰਦਿਆਂ ਨੂੰ ਸਾਨੂੰ ਤਿਆਰ ਕੀਤਾ ਗਿਆ। ਅਤੇ ਜੇ ਬੇਅਦਬੀ ਕਹੀਏ ਤਾਂ 2015 ਤੋਂ ਲੈ ਕੇ ਬਰਗਾੜੀ ਮੋਰਚੇ ਲੱਗੇ ਰਹੇ, ਕਿਤੇ ਗੋਲੀਆਂ ਵੀ ਚੱਲੀਆਂ, ਕਿਤੇ ਸਿੰਘ ਸ਼ਹੀਦ ਵੀ ਹੋਏ ਆ, ਮੋਰਚਿਆਂ 'ਤੇ ਬੈਠੇ ਕਹਿ ਲਓ ਜਾਂ ਰੋਸ ਮੁਜ਼ਾਹਰਾ ਕਰਦੇ।
ਇਹਦਾ ਕੋਈ ਅਜੇ ਤੱਕ ਹੱਲ ਨਹੀਂ ਨਿਕਲਿਆ ਸਰਕਾਰ ਕੋਲੋਂ, ਭਾਵੇਂ ਉਹ IPC ਦੀਆਂ ਧਾਰਾਂ ਲਾ ਕੇ ਪਰਚੇ ਦਰਜ ਕੀਤੇ ਜਾਂਦੇ ਆ ਜੀ। ਤੇ ਇਹ ਜਿਹੜੇ ਨਿਹੰਗ ਸਿੰਘ ਸਾਡੇ ਹੈਗੇ ਸਿੱਖ ਧਰਮ ਨੂੰ ਬਿਲੋਂਗ ਕਰਦੇ, ਇਹ ਜਿਹੜੇ ਆ ਇਹ ਆਪਣੇ ਧਰਮ ਪ੍ਰਤੀ ਕੁਛ ਨਹੀਂ ਵੇਖਦੇ। ਜਿੰਨੇ ਵੀ ਲੋਕ ਇਹਨਾਂ ਗੱਲਾਂ ਨੂੰ ਮੰਨਣ ਵਾਲੇ ਆ, ਨਿਹੰਗ ਸਿੰਘ ਜਥੇਬੰਦੀਆਂ ਆ, ਉਹ ਜਿੰਨਾ ਅਦਬ ਸਤਿਕਾਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੰਦੇ ਆ, ਮੇਰਾ ਤਾਂ ਖਿਆਲ ਕੋਈ ਹੋਰ ਨਹੀਂ ਦੇ ਸਕਦਾ। ਕਿਉਂਕਿ ਜੇ ਦਿੰਦੇ ਹੁੰਦੇ ਹੁਣ ਤੱਕ 15 ਤੋਂ ਲੈ ਕੇ ਹੁਣ ਤਾਈਂ ਇਹ 2021 ਆ ਗਿਆ, ਬਿਲਕੁਲ ਕੋਈ ਬੰਦਾ ਇਹ ਗੱਲ ਕਹਿ ਨਹੀਂ ਰਿਹਾ ਵੀ ਹਾਂ ਇਸ ਬੇਅਦਬੀ ਤੋਂ ਬਾਅਦ ਇਸ ਬੰਦੇ ਨੂੰ ਸਜ਼ਾ ਹੋਈ ਆ, ਇਸ ਬੰਦੇ ਨੂੰ ਇਦਾਂ ਹੋਈ ਆ। ਕੁਛ ਨਹੀਂ ਹੋਇਆ। ਉਹਨਾਂ ਨੇ ਮੌਕੇ ਤੇ ਜਦੋਂ ਉਹ ਸਾਰੀ ਗੱਲ ਮੰਨ ਗਿਆ, ਉਹਨਾਂ ਨੂੰ ਗੁੱਸਾ ਆਇਆ ਤਾਂ ਉਹਨਾਂ ਨੇ ਉਹਦਾ ਜੋ ਵੀ ਕੀਤਾ ਆਪਣੇ ਉਹਨਾਂ ਦੇ ਧਰਮ ਦੇ ਸਬੰਧ ਦੇ ਮੁਤਾਬਕ, ਜਾਂ ਉਹਨਾਂ ਨੂੰ ਗੁੱਸਾ ਕਹਿ ਲਓ, ਜਾਂ ਉਹਨਾਂ ਨੇ ਕਿਹਾ ਵੀ ਜੇ ਪਰਚਾ ਵੀ ਹੋ ਜਾਂਦਾ ਇਹ 'ਤੇ ਕੀ ਹੋਣਾ ਵਾ, ਇਸ ਕਰਕੇ ਉਹਨਾਂ ਨੇ ਟੂ ਦੀ ਪੁਆਇੰਟ ਸਜ਼ਾ ਦਿੱਤੀ ਆ। ਤੇ ਉਹਨਾਂ ਨੂੰ ਇਹ ਵਧੀਆ ਲੱਗਾ। ਤੇ ਬਾਹਲੀ ਇਹ ਵੀ ਗੱਲ ਆ ਕਿ ਉਹਨਾਂ ਨੇ ਮੰਨਿਆ ਅਸੀਂ ਇਹਨੂੰ ਇਦਾਂ ਕੀਤੀ ਆ। ਬਿਲਕੁਲ ਔਰ ਉਹਨਾਂ ਨੇ ਇਹ ਵੀ ਗੱਲ ਨਾਲ ਕਹੀ ਹੈ ਕਿ ਜੇ ਇੱਥੇ ਨਿਹੰਗ ਸਿੰਘਾਂ ਦੇ ਖੇਮੇ 'ਚ ਆ ਕੇ ਵੀ ਇਦਾਂ ਦੀ ਘਟਨਾ ਕਰਕੇ ਚਲ ਜਾਂਦਾ ਤਾਂ ਸਾਡਾ ਜੀਣਾ ਧਰਿੱਗ ਸੀ। ਅਸੀਂ ਕੁਛ ਮਤਲਬ ਕੀ ਮੂੰਹ ਦਿਖਾਉਂਦੇ ਲੋਕਾਂ ਨੂੰ। ਤੇ ਜੱਗਾ ਜੀ ਤੁਸੀਂ ਵੀ ਇਸ ਚੀਜ਼ ਤੇ ਕੋਈ ਨਾ ਕੋਈ ਆਪਣਾ ਜ਼ਰੂਰ ਪੱਖ ਰੱਖੋ। ਬਿਲਕੁਲ, ਮਤਲਬ ਕਿਸੇ ਵੀ ਧਰਮ ਦਾ ਇੱਕ ਦਾਇਰਾ, ਇੱਕ ਕਾਇਦੇ ਕਾਨੂੰਨ ਹੁੰਦੇ ਹਰ ਧਰਮ ਦੇ। ਤੇ ਆਪਣੇ ਧਰਮ ਵਿੱਚ ਇਹਨੂੰ ਬਹੁਤ ਆਪਣੇ ਲੋਕ ਕੱਟੜਤਾਈ ਕਹਿੰਦੇ ਆ, ਪਰ ਜੇਕਰ ਜਿਹੜਾ ਧਰਮ 'ਚ ਨਿਰਪੱਖ ਆ, ਉਹਨੂੰ ਕੱਟੜਤਾਈ ਦਾ ਕਿਸੇ ਨੇ ਨਾਮ ਦੇਣਾ ਤਾਂ ਦੇ ਸਕਦਾ। ਬਿਲਕੁਲ। ਪਰ ਉਹ ਆਪਦੇ ਧਰਮ 'ਚ ਪਰਪੱਖ ਆ। ਨਾ ਬਹੁਤ ਦੇਰ ਦੇ ਅਸੀਂ ਰੌਲਾ ਪਾ ਰਹੇ ਆ ਕਿ ਬੇਅਦਬੀਆਂ ਹੋ ਰਹੀਆਂ, ਇਹਨਾਂ ਨੂੰ ਇਦਾਂ ਮਤਲਬ ਫੇਸਬੁੱਕ ਹੀ ਵਿਦਵਾਨ ਆਪਣੇ ਬਹੁਤ ਹੁੰਦੇ ਨੇ, ਫੇਸਬੁੱਕ ਤੇ ਅੰਦੋਲਨ ਲੜਨ ਵਾਲੇ ਨਾ, ਕਿ ਇਹਨੂੰ ਇਦਾਂ ਕਰ ਦਿਓ, ਨਾਲੋਂ ਨਾਲ ਇਹਨਾਂ ਦੇ ਸੋਧੇ ਲਾ ਦਿਓ। ਲਾਤਾ ਹੁਣ ਜੇ ਅਸੀਂ ਲਾ ਨਹੀਂ ਸਕਦੇ ਤਾਂ ਉਹਨਾਂ ਦਾ ਨਾਲ ਤਾਂ ਖੜ ਸਕਦੇ ਆ। ਤੇ ਇਸ ਟਾਈਮ ਲੋੜ ਆ ਸਾਨੂੰ ਕਿ ਉਹਨਾਂ ਨੇ ਇੱਕ ਕੌਮ ਦੀ ਸੇਵਾ ਕੀਤੀ, ਇਹਦੇ ਨਾਲ ਠੱਲ ਪਊਗੀ। ਕਿਉਂਕਿ ਹਰੇਕ ਨੂੰ ਇਹ ਪਤਾ ਲੱਗ ਜਾਊਗਾ ਕਿ ਆਹ ਨਤੀਜਾ ਵੀ ਹੋਣਾ। ਹਨਾ, ਕਾਨੂੰਨ ਤੇ ਅਸੀਂ 6 ਸਾਲ ਹੋ ਗਏ ਸਾਰੇ ਨਿਰਭਰ ਸੀਗੇ ਵੀ। ਬਿਲਕੁਲ। ਕਿਸਾਨ ਜਿਹੜੇ ਨਿਹੰਗ ਸਿੰਘ ਹੈ ਉਹ ਕਹਿੰਦੇ ਕਿ ਜੇ ਸਾਰੇ ਕਹਿੰਦੇ ਆ ਕਿ ਕਾਨੂੰਨ ਨੂੰ ਨਹੀਂ ਕ੍ਰਾਸ ਕਰਨਾ ਚਾਹੀਦਾ ਸੀ, ਕਾਨੂੰਨ ਦੇ ਅੰਡਰ ਲੈ ਕੇ ਗੱਲਬਾਤ ਕਰਨੀ ਚਾਹੀਦੀ ਸੀਗੀ, ਤੇ ਉਹ ਕਹਿੰਦੇ ਜੇ ਕਾਨੂੰਨ ਹੀ ਆ ਤਾਂ ਫਿਰ ਅਸੀਂ ਇੱਥੇ ਦਿੱਲੀ ਆ ਕੇ ਕਾਹਤੋਂ ਬੈਠੇ ਸਾਲ ਹੋ ਗਿਆ ਸਾਨੂੰ। ਪੰਜਾਬ 'ਚ ਬੇਅਦਬੀਆਂ ਹੋ ਰਹੀਆਂ, ਪੰਜਾਬ 'ਚ ਪੱਗਾਂ ਵਾਲਿਆਂ ਦੀਆਂ ਸਰਕਾਰਾਂ ਜਿਹੜੀ ਮਰਜ਼ੀ ਹੋਵੇ, ਹਨਾ, ਪੱਗਾਂ ਵਾਲੇ ਸਾਡੇ ਮੁੱਖ ਮੰਤਰੀ ਬਣਦੇ ਆ। ਜੇ ਇੱਥੇ ਸਾਨੂੰ ਨਹੀਂ ਇਨਸਾਫ ਮਿਲ ਸਕਦਾ ਟਾਈਮ ਜਨਾਬ, ਤੇ ਹੋਰ ਸਟੇਟਾਂ 'ਚ ਤਾਂ ਹੋਊਗਾ ਇਦਾਂ। ਬਿਲਕੁਲ ਕਿਉਂਕਿ ਉਹ ਜਦੋਂ ਕਿਸਾਨ ਜਥੇਬੰਦੀਆਂ ਨੇ ਵੀ ਇਸ ਤਰੀਕੇ ਨਾਲ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਆ ਕਿ ਇਹ ਸਾਡੇ ਨਾਲ ਰਿਲੇਟ ਨਹੀਂ ਕਰਦੇ, ਸਾਨੂੰ ਪਤਾ ਹੀ ਨਹੀਂ ਸਾਡੇ ਨਾਲ ਦੇ ਨਹੀਂ ਹੈਗੇ, ਜਾਂ ਕਿੱਦਾਂ ਵੀ ਕਰਕੇ ਸਮਝ ਨਹੀਂ ਉਹਨਾਂ ਨੇ ਕਿਉਂ ਇਦਾਂ ਕਿਹਾ। ਉਹਨਾਂ ਦਾ ਆਪਣਾ ਪੱਖ ਹੋ ਸਕਦਾ, ਕਿਉਂਕਿ ਉਹਨਾਂ ਦਾ ਪ੍ਰੈਸ ਨੋਟ ਆਇਆ ਆ ਕਿ ਉਹ ਕਹਿੰਦੇ ਨਾ ਤਾਂ ਸਾਡਾ ਮਰਨ ਵਾਲੇ ਦੇ ਨਾਲ ਕੋਈ ਇਲਾਕਾ ਤਾਕਾ, ਤਾਂ ਨਾ ਨਿਹੰਗ ਸਿੰਘ ਜਥੇਬੰਦੀਆਂ ਦਾ। ਕਹਿੰਦੇ ਭਾਜੀ ਤਕਰੀਬਨ ਜਦੋਂ ਤੋਂ ਆਪਾਂ ਸਾਰੇ ਉੱਥੇ ਹੀ ਸੀਗੇ ਜਦੋਂ ਇਹ ਸ਼ੁਰੂ ਹੋਇਆ ਕੰਮ, ਉਹ ਨਿਹੰਗ ਜਥੇਬੰਦੀਆਂ ਵੀ ਤਕਰੀਬਨ ਪਹਿਲੇ ਦਿਨ ਤੋਂ ਉੱਥੇ ਬੈਠੇ। ਅੱਜ ਕਹਿੰਦੇ ਹੁੰਦੇ ਆ ਕਿ ਜੇ ਕੋਈ ਗੱਲ ਹੋਈ ਆ ਤਾਂ ਉਦੋਂ ਜਥੇਬੰਦੀਆਂ ਦਾ ਇਦਾਂ ਕਹਿਣਾ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ? ਉਹ ਇਸ ਤਰ੍ਹਾਂ ਆ ਵੀ ਜਥੇਬੰਦੀਆਂ ਜਿਹੜੀਆਂ ਵਾ ਉਹ ਆਪਣੇ ਤਰੀਕੇ ਨਾਲ ਇਹ ਸੋਚਦੀਆਂ ਵੀ ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਹੜੀਆਂ ਨਿਹੰਗ ਜਥੇਬੰਦੀਆਂ ਨੇ ਇਹ ਕੀਤੀ ਆ ਕਾਰਵਾਈ ਜੀ, ਤੇ ਕਿਤੇ ਸਾਡਾ ਨਾ ਨਾਂ ਲੈਣ ਵੀ ਖਨੀ ਇਹ ਬੰਦੇ, ਜੇ ਕੋਈ ਕੱਲ ਨੂੰ ਹੋਰ ਵੀ ਗੱਲਬਾਤ ਹੁੰਦੀ ਆ ਤੇ ਨਿਹੰਗ ਜਥੇਬੰਦੀਆਂ ਇਹ ਕਿਸਾਨ ਜਥੇਬੰਦੀਆਂ ਨਾਲ ਰਲ ਕੇ ਇਹੋ ਜਿਹਾ ਕੰਮ ਕਰ ਰਹੀਆਂ। ਪਰ ਨਹੀਂ, ਇਹ ਮੁੱਦਾ ਜਿਹੜਾ ਆ ਇਹ ਧਰਮ ਦਾ ਮੁੱਦਾ ਆ ਜੀ, ਤੇ ਜਿਹੜਾ ਜਥੇਬੰਦੀਆਂ ਦਾ ਮੁੱਦਾ ਉਹ ਕਿਸਾਨੀ ਮੁੱਦਾ। ਪਰ ਜਿਹੜੇ ਕਿਸਾਨ ਆ ਉਹ ਵੀ ਤਾਂ ਗੁਰਦੁਆਰਾ ਸਾਹਿਬ ਵਿੱਚ ਉੱਥੇ ਅਰਦਾਸ ਕਰਕੇ ਹੀ ਤੁਰਦੇ ਆ, ਜਿੱਧਰ ਨੂੰ ਜਾਂਦੇ ਆ, ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ। ਤੇ ਬੇਅਦਬੀ ਜੇ ਕਿਤੇ ਇਹਨੂੰ ਠੱਲ ਪਾਈ ਜਾਵੇ ਸਰਕਾਰਾਂ ਵੱਲੋਂ, ਇਸ ਤਰ੍ਹਾਂ ਦੇ ਕਾਇਦੇ ਕਾਨੂੰਨ ਬਣਾਏ ਜਾਣ, ਤੇ ਅਨੰਦਪੁਰ ਸਾਹਿਬ ਕੀਰਤਨ ਕਰਦਿਆਂ ਉੱਤੇ ਕੋਈ ਮੱਚਦੀਆਂ ਸਿਗਟਾਂ ਨਹੀਂ ਸਿੱਟ ਸਕਦਾ ਜੇ ਕੋਈ ਇਹਨੂੰ ਪਹਿਲਾਂ ਲਿਆ ਜਾਵੇ। ਹੁਣ ਅੱਜ ਸਾਡੇ ਮੁਲਕ ਦੇ ਵਿੱਚ ਕਿਤੇ ਨੋਟ ਘਸਿਆ ਹੋਵੇ, ਦੁਕਾਨਦਾਰ ਕਹਿੰਦਾ ਇਹ ਨਹੀਂ ਚੱਲਣਾ, ਤੇ ਮੈਂ ਸੁਣਿਆ ਆ ਪਾਕਿਸਤਾਨ ਦੇ ਵਿੱਚ ਜੇ ਮੁਹੰਮਦ ਅਲੀ ਜਿਨਾਹ ਦੀ ਫੋਟੋ ਨੋਟ ਦੇ ਉੱਤੇ ਦਿਸਦੀ ਆ, ਉਹਨੂੰ ਦੁਕਾਨਦਾਰ ਨਹੀਂ ਕਹਿ ਸਕਦਾ। ਕਿੰਨਾ ਉਹ ਲੋਕ ਆਪਣੇ ਆਗੂ ਨੂੰ, ਆਪਣੇ ਦੇਸ਼ ਦੇ ਜਿਹਨੇ ਪਾਕਿਸਤਾਨ ਮੂਹਰੇ ਹੋ ਕੇ ਬਣਾਇਆ, ਕਿੰਨਾ ਉਹਨੂੰ ਅਦਬ ਸਤਿਕਾਰ ਦੇ ਰਹੇ ਆ।
ਤੇ ਜੇ ਸਾਡੇ 10 ਪਾਤਸ਼ਾਹੀਆਂ ਦੀ ਪ੍ਰਗਟ ਜੋਤ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਹਿੰਦੇ ਆ, ਜੀ ਜੇ ਉਹਦੀ ਬੇਅਦਬੀ ਵਾਲਾ ਇੱਕ ਬੰਦਾ ਨਸ਼ਈ ਪੈਸੇ ਲੈ ਕੇ ਕੰਮ ਕਰਨ ਵਾਲਾ ਮਾਰ ਵੀ ਦਿੱਤਾ, ਤੇ ਇਹਦੇ ਵਿੱਚ ਮੈਂ ਤਾਂ ਨਹੀਂ ਕਹਿੰਦਾ ਵੀ ਸਾਨੂੰ ਇਹ ਪੱਲਾ ਝਾੜ ਲੈਣਾ ਚਾਹੀਦਾ, ਅਸੀਂ ਨਿਹੰਗਾਂ ਨਾਲ ਨੇਗੇ, ਅਸੀਂ ਇਹਨਾਂ ਨਾਲ ਨਹੀਂ। ਕਿਉਂਕਿ ਗੁਰੂ ਸਹਿਯੋਗ ਦਿਓ। ਇਸ ਟਾਈਮ ਤੇ ਸਾਨੂੰ ਹਿੱਕ ਹੋ ਕੇ ਖੜੋਣਾ ਚਾਹੀਦਾ ਉਹਨਾਂ ਨਾਲ ਕਿ ਅਸੀਂ ਨਾਲ ਆ ਹਨਾ, ਤੁਹਾਡੇ ਨਾਲ ਆ, ਤੁਸੀਂ ਕੀਤਾ, ਉਹਨਾਂ ਨੇ ਜ਼ਿੰਮੇਵਾਰੀ ਲਈ ਲਈ ਆ। ਦੂਸਰੀ ਗੱਲ, ਇਸ ਗੱਲ ਦੇ ਨਾਲ ਮੈਂ ਦਾਅਵਾ ਕਰਦਾ ਆ, ਮੈਂ ਲਿਖ ਕੇ ਦੇਣ ਨੂੰ ਇਸ ਗੱਲ ਨੂੰ ਤਿਆਰ ਆ, ਅੱਜ ਤੋਂ ਬਾਅਦ, ਉਸ ਦਿਨ ਤੋਂ ਬਾਅਦ ਜਿਨ੍ਹਾਂ ਨੇ ਉਹ ਵੀਡੀਓ ਕਲਿੱਪਾਂ ਦੇਖੀਆਂ, ਮੇਰਾ ਖਿਆਲ ਗੁਰਦੁਆਰੇ ਸਾਹਿਬ ਦੇ ਬੇਸ਼ੱਕ ਦੀ ਬੂਏ ਖੁੱਲੇ ਛੱਡ ਦਿਓ, ਕੋਈ ਜ਼ਰੂਰਤ ਨਹੀਂ ਕਰੂਗਾ। ਇਹ ਕਿਤੇ ਨਾ ਕਿਤੇ ਇਹਦਾ ਹਸ਼ਰ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ 10 ਪਾਤਸ਼ਾਹੀਆਂ ਦੀ ਪ੍ਰਗਟ ਜੋਤ ਨੇ ਹੀ ਸਜ਼ਾ ਦਿੱਤੀ ਆ। ਬੰਦਿਆਂ ਦੇ ਵਿੱਚ ਦੀ ਹੋ ਕੇ ਵਿਚਰਨੀ ਗੱਲ ਵੱਖਰੀ। ਨਿਹੰਗ ਸਿੰਘ ਜਥੇਬੰਦੀਆਂ ਨੇ ਕਿਤੇ ਨਾ ਕਿਤੇ ਇਦਾਂ ਵੀ ਕਿਹਾ ਕਿ ਚਾਹੇ ਉਹ ਕੁਰਾਨ ਦੀ ਬੇਅਦਬੀ ਹੋਵੇ, ਚਾਹੇ ਉਹ ਬਾਈਬਲ ਦੀ ਬੇਅਦਬੀ ਹੋਵੇ, ਚਾਹੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਜੇ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੇ ਨਾਲ ਕੋਈ ਬੇਅਦਬੀ ਕਰਦਾ ਜਾਂ ਉਹਨੂੰ ਇਸ ਤਰੀਕੇ ਦੇ ਨਾਲ ਉਹਦੀ ਇਨਸਲਟ ਕਰਨ ਦੀ ਕੋਸ਼ਿਸ਼ ਕਰਦਾ, ਅਸੀਂ ਉੱਥੇ ਖੜਾਂਗੇ। ਇਹ ਬਹੁਤ ਵੱਡੀ ਗੱਲ ਹੈ। ਕਿਤੇ ਨਾ ਕਿਤੇ ਜੇ ਆਪਾਂ ਧਰਮ ਨੂੰ ਖੜਾਉਣਾ ਚਾਹੀਦਾ ਇਸ ਟਾਈਮ, ਤਾਂ ਹਿੰਦੂ ਮੁਸਲਿਮ ਹਰ ਭਾਈਚਾਰੇ ਨੂੰ ਕਹਿਣਾ ਚਾਹੀਦਾ ਕਿ ਹਾਂ ਬਈ ਉਹਨੇ ਇਹ ਤਾਂ ਕੋਈ ਕਿ ਹਾਂ ਵੀ ਗਲਤ ਕਰ ਰਿਹਾ ਸੀਗਾ, ਦਿੱਤੀ ਸਜ਼ਾ। ਕਿਉਂਕਿ ਜੇ ਬਰਗਾੜੀ ਵਾਲੇ ਕਾਂਡ ਦੇ ਵਿੱਚ ਸਜ਼ਾ ਹੋਈ ਹੁੰਦੀ ਤਾਂ ਅੱਜ ਕੌਨਫੀਡੈਂਸ ਹੁੰਦਾ ਸਾਰਿਆਂ ਨੂੰ ਵੀ ਇਹਨੂੰ ਫੜੋ, ਪੁਲਿਸ ਨੂੰ ਦਿਓ, ਆਪਾਂ ਨੂੰ ਤਾਂ ਇਨਸਾਫ ਮਿਲ ਜਾਣਾ, ਸਜ਼ਾ ਮਿਲ ਜਾਣੀ ਆ। ਬਿਲਕੁਲ, ਜੇ ਉੱਥੇ ਸਜ਼ਾ ਮਿਲੀ ਹੁੰਦੀ, ਪਰ ਉੱਥੇ ਸਜ਼ਾ ਨਹੀਂ ਮਿਲੀ, ਕਿੰਨੀ ਵਾਰ ਉਦੋਂ ਬਾਅਦ ਚ ਬੇਅਦਬੀ ਹੋ ਗਈ ਤੇ ਕੋਈ ਰਿਜ਼ਲਟ ਨਹੀਂ ਮਿਲਿਆ। ਅੱਕ ਕੇ ਹੀ ਕਹਿ ਲੋ ਯਾਰ, ਅੱਕ ਕੇ ਹੀ ਬੰਦਾ ਕਿਸੇ ਫਿਰਕੇ ਵੱਲੋਂ ਇਸ ਗੱਲਾਂ ਨੂੰ ਕੰਧਾਂ ਤੇ ਲਿਖ ਕੇ ਲਾਇਆ ਗਿਆ ਵੀ ਸਾਡੇ ਕੋਲ ਆ ਤੁਹਾਡੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ, ਤੁਹਾਡੇ 'ਚ ਜ਼ੁਰਤ ਆ, ਤੁਸੀਂ ਲੈ ਲਓ। ਇਦੋਂ ਬਾਅਦ ਬਰਗਾੜੀ ਮੋਰਚਾ ਲੱਗਦਾ, ਕਈ ਕੁਛ ਹੋਇਆ, ਗੋਲੀਆਂ ਚੱਲੀਆਂ, ਕੋਈ ਮਰ ਗਿਆ, ਕੋਈ ਉੱਥੇ ਜਿੱਦਾਂ ਮਰਜ਼ੀ ਕਰ ਲਈਏ। ਪਰ ਮਸਲਾ ਇਸ ਗੱਲ ਦਾ ਆ ਵੀ ਜਿਹੜੇ ਧਾਰਮਿਕ ਗ੍ਰੰਥ ਆ, ਚਾਹੇ ਉਹ ਹਿੰਦੂਆਂ ਦਾ, ਮੁਸਲਮਾਨਾਂ ਦਾ, ਜਿਨ੍ਹਾਂ ਦੇ ਵੀ ਧਾਰਮਿਕ ਗ੍ਰੰਥ ਆ, ਹਰੇਕ ਨੂੰ ਪਿਆਰੇ ਆ। ਤੇ ਜਿਹੜਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆ, ਅਜੀ ਕੱਲ ਪਰਸੋਂ ਦੁਸਹਿਰੇ ਵਾਲੇ ਦਿਨ ਹੀ ਨੇਕੀ ਤੇ ਬਦੀ ਦੀ ਜਿੱਤ ਦਾ ਪ੍ਰਤੀਕ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਹਰ ਸਾਲ। ਹੁਣ ਜੇ ਉਹਦਾ ਹਰ ਸਾਲ ਪੁਤਲਾ ਸਾੜਦੇ ਆ, ਪਰ ਉਹ 4 ਵੇਦ ਕਹਿੰਦੇ ਉਹਨੂੰ ਮੂੰਹ ਜ਼ਬਾਨੀ ਯਾਦ ਸੀ। ਕਈ ਥਾਵਾਂ ਤੇ ਰਾਵਣ ਦੀ ਪੂਜਾ ਹੋ ਰਹੀ ਆ ਵੀ ਉਹ ਬਹੁਤ ਜ਼ਿਆਦਾ ਗਿਆਤਾ ਸੀ। ਆਖਰ ਟਾਈਮ ਮਰਨ ਦੇ ਸਮੇਂ ਵੀ ਭਗਵਾਨ ਰਾਮ ਨੇ ਇਹ ਗੱਲ ਕਹੀ ਆ ਵੀ ਇੱਕ ਬਹੁਤ ਦੁਨੀਆ ਤੋਂ ਵਿਦਵਾਨ ਜਾ ਰਿਹਾ ਆ, ਇਹਦੇ ਤੋਂ ਜੇ ਕਿਸੇ ਨੇ ਸਿੱਖਿਆ ਲੈਣੀ ਲੈ ਸਕਦੇ ਆ। ਪਰ ਉਹਦੀਆਂ ਉਦਾਹਰਨਾਂ ਭਗਵਾਨ ਰਾਮ ਦੀਆਂ, ਰਾਵਣ ਦੀਆਂ, ਜਿੰਨੇ ਮਹਾਭਾਰਤ ਵਿੱਚ ਰਿਸ਼ੀ ਮੁਨੀ ਹੋਏ ਆ, ਸਾਰਿਆਂ ਦੀਆਂ ਉਦਾਹਰਨਾਂ ਦੇ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਆ। ਬਿਲਕੁਲ, ਧੁਰ ਕੀ ਬਾਣੀ ਦਾ ਖਿਤਾਬ ਇਸ ਕਰਕੇ ਆ ਕਿ ਧੁਰੋਂ ਆਈ ਹੋਈ ਆ, ਕਿਸੇ ਦੀ ਹੱਥ ਰਾਈਟਿੰਗ ਨਹੀਂ, ਕਿਸੇ ਦੀ ਉਹ ਆਪਣੇ ਵੱਲੋਂ ਬਣਾਈ ਗੱਲ ਨਹੀਂ ਗੀ। ਜਿੰਨੇ ਵੀ ਇਸ ਗੱਲ ਨੂੰ ਲੈ ਕੇ ਗੱਲਾਂ ਕਰ ਰਹੇ ਵੀ ਇਹ ਖਨੀ ਸਿੱਖਾਂ ਦਾ ਜਾਂ ਇਹ ਖਨੀ ਨਿਹੰਗਾਂ ਦਾ ਜਾਂ ਨਹੀਂ, ਇਹ ਸਾਰੇ ਜਿੰਨੀ ਵੀ ਦੁਨੀਆ ਦੇ ਵਿੱਚ ਲੋਕ ਵਸ ਰਹੇ ਆ, ਜਿਨ੍ਹਾਂ ਨੂੰ ਇਹ ਗੱਲ ਦੀ ਸਮਝ ਪੈਂਦੀ ਆ ਵੀ ਧਾਰਮਿਕ ਗ੍ਰੰਥ ਅੱਜ ਤੱਕ ਤੁਸੀਂ ਵੇਖਿਆ ਹੋਊਗਾ, ਜਿਹੜਾ ਮੁਹੰਮਦ ਸਾਹਿਬ ਹੋਇਆ ਪੈਗੰਬਰ, ਮੁਸਲਮਾਨ ਧਰਮ ਦੇ ਨਾਲ ਰਿਲੇਟਡ ਰੱਖਦਾ, ਅੱਜ ਤੱਕ ਉਹਦਾ ਕਿਤੇ ਚਿੱਤਰਕਾਰ ਜਾਂ ਬੁੱਤ ਨਹੀਂ ਬਣਾ ਸਕੇ। ਜਿਹਨੇ ਕਿਸੇ ਨੇ ਪਿੱਛੇ ਜੇ ਫਰਾਂਸ ਵਿੱਚ ਬਣਾਉਣ ਦੀ ਜ਼ਰੂਰਤ ਕੀਤੀ, ਉਹਨਾਂ ਨੇ ਵਿੱਚ ਹੀ ਕਲਾਸ ਦੇ ਉਹਨੂੰ ਮਾਰ ਦਿੱਤਾ। ਉੱਥੇ ਦੇ ਇੱਕ ਸਕੂਲ ਟੀਚਰ ਨੂੰ ਮਾਰ ਦਿੱਤਾ ਗਿਆ ਵੀ ਤੂੰ ਸਾਡੇ ਮੁਹੰਮਦ ਸਾਹਿਬ ਦੀ ਫੋਟੋ ਕਿੱਦਾਂ ਬਣਾਈ ਬਲੈਕ ਬੋਰਡ ਤੇ। ਇਹ ਜਿਹੜੀਆਂ ਗੱਲਾਂ ਵਾ, ਹਰੇਕ ਬੰਦੇ ਨੂੰ ਆਪੋ ਆਪਣੇ ਧਰਮ ਦੇ ਰਹਿਬਰ, ਧਾਰਮਿਕ ਗ੍ਰੰਥ ਸਾਰੇ ਪਿਆਰੇ। ਜਿਹੜਾ ਕਿਸਾਨੀ ਮੁੱਦਾ ਆ, ਕਿਸਾਨ ਜੇ ਮਤਲਬ ਕਾਨੂੰਨ ਨਾਂ ਦੀ ਕੋਈ ਚੀਜ਼ ਹੈਗੀ ਆ ਹਿੰਦੁਸਤਾਨ ਦੇ ਵਿੱਚ ਵੀ, ਇਸ ਕਾਨੂੰਨ ਮੁਤਾਬਕ ਜੇ ਕੋਈ ਕਰਦਾ ਤਾਂ ਉੱਤੇ ਆਹ ਕਾਰਵਾਈ ਹੋਊਗੀ। ਤੇ 700 ਕਿਸਾਨ ਮਰ ਗਿਆ, ਕਿਉਂ ਨਹੀਂ ਕਿਸੇ ਨੇ ਰੌਲਾ ਪਾਇਆ ਵੀ ਕਿਸਾਨ 700 ਬੰਦਾ ਜਿਨ੍ਹਾਂ ਦੇ ਘਰਾਂ ਨੂੰ ਲਾਸ਼ਾਂ ਆ ਗਈਆਂ, ਉੱਥੋਂ 700 ਬੰਦਾ, ਇਹ ਤੇ ਇੱਕੋ ਹੀ ਅਜੇ ਮਰਿਆ, 19 ਬਾਕੀ ਆ, ਦੱਸਦੇ ਹੀ ਆ। ਨਾਲੇ ਇੱਕ ਗੱਲ ਹੋਰ, ਤੁਸੀਂ ਕੋਈ ਗੱਲ ਕਹਿ ਰਹੇ ਸੀ, ਗੱਲ ਆਪਣੀ ਕੰਪਲੀਟ ਧਿਰਾਂ ਬਣਾ ਲੈਂਦੇ ਆ ਹਰ ਮੁੱਦੇ 'ਚ ਹਨਾ। ਹੁਣ ਸਾਡੇ ਆਪਣੀ ਪੱਗਾਂ ਵਾਲੇ ਕਹਿੰਦੇ ਆ ਵੀ ਇਹਦੇ ਪ੍ਰੂਫ ਦਿਓ, ਬੇਅਦਬੀ ਦਾ ਵੀ ਪ੍ਰੂਫ ਚਾਹੀਦਾ ਤੁਹਾਨੂੰ। ਬਿਲਕੁਲ, ਹਾਂ, ਮੈਂ ਇਹ ਗੱਲ ਮੈਂ ਵੀ ਕਮੈਂਟਾਂ ਦੇ ਵਿੱਚ ਪੜ੍ਹੀ ਹੈ ਕਿ ਸਾਡੇ ਲੋਕ ਜਿਹੜੇ ਸਾਨੂੰ ਦੇਖਣ ਵਾਲੇ ਲੋਕ ਹੀ ਇਹ ਗੱਲ ਕਹਿ ਰਹੇ ਨੇ ਕਿ ਉਹਦੀ ਵੀਡੀਓ ਕਿੱਥੇ ਆ,
ਹੁਣ ਪਹਿਲਾਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰਨ ਆਉਂਦਾ ਪਹਿਲਾਂ ਉਹਦੀ ਵੀਡੀਓ ਬਣਾਈ ਆ ਵੀ ਤੂੰ ਕਰ ਪਾਈ ਬੇਅਦਬੀ। ਇਹ ਗੱਲ ਤੁਹਾਨੂੰ ਵੀ ਸੋਚਣ ਦੀ ਲੋੜ ਆ ਬਈ, ਤੁਸੀਂ ਵੀ ਕਮੈਂਟ ਕਰਨ ਕਿ ਥੋੜਾ ਜਿਹਾ ਆਪਣੇ ਦਿਮਾਗ ਦੇ ਉੱਤੇ ਜ਼ੋਰ ਦਿਆ ਕਰੋ ਯਾਰ ਵੀ ਅਸੀਂ ਗੱਲ ਕਿਹੜੀ ਕਰ ਰਹੇ ਹਾਂ। ਸੋ ਗੱਲ ਤੁਸੀਂ ਆਪਣੀ ਕੰਟੀਨਿਊ। ਅੰਨੇ ਭਗਤ ਨਹੀਂ ਆਪਾਂ ਬਣਨਾ ਚਾਹੀਦਾ, ਨਾ ਤੁਹਾਡਾ ਨਾ ਮੇਰਾ ਨਾ ਕਿਸੇ ਦਾ ਵੀ ਨਹੀਂ ਬਣਨਾ ਚਾਹੀਦਾ। ਆਪਣਾ ਦਿਮਾਗ ਨਾਲ ਸੋਚਣਾ ਚਾਹੀਦਾ। ਹਾਂ ਸਾਨੂੰ ਨਹੀਂ ਇਨਸਾਫ ਮਿਲਿਆ, ਉਹਨਾਂ ਨੇ ਕੀਤਾ ਬਹੁਤ ਵਧੀਆ, ਉਹਨਾਂ ਨਾਲ ਖੜੋਣਾ ਤੇ ਚਾਹੀਦਾ। ਅਸੀਂ ਕਰ ਨਹੀਂ ਸਕਦੇ, ਖੜੋ ਤਾਂ ਸਕਦੇ ਹੀ ਆ, ਬਿਲਕੁਲ ਖੜੋ ਤਾਂ ਸਕਦੇ ਹੀ ਆ। ਤੇ ਅਸੀਂ ਆ ਕਿੱਡੀ ਏਡੀਆਂ ਸਟੇਜਾਂ ਤੇ ਚੜ੍ਹ ਕੇ ਇਦਾਂ ਦੀਆਂ ਗੱਲਾਂ ਕਰਨੀਆਂ ਕਿ ਇਹਦੇ ਪ੍ਰੂਫ ਨਾ ਘਰਾਂ 'ਚ ਆਪਾਂ ਹੁਣ ਕਿ ਇੱਥੇ ਵੀ ਗੁਰੂ ਗ੍ਰੰਥ ਸਾਹਿਬ ਨੂੰ ਕੈਮਰੇ ਲਾ ਕੇ ਰੱਖੋ, ਪਹਿਲਾਂ ਦਿਖਾਓ ਇਹਨਾਂ ਨੂੰ। ਉਹ ਕਾਨੂੰਨ ਤਾਂ ਮੰਗੇ ਸਾਡੇ ਬੰਦਿਆਂ ਨੂੰ ਪਹਿਲਾਂ ਦਿਖਾਓ ਬਈ, ਵੱਡੇ ਗੁਣੀ ਬਣ ਜਾਂਦੇ ਨਾ। ਹਾਂ ਸਾਡੇ ਦਿਖਾਓ, ਤੁਹਾਨੂੰ ਦਿਖਾਓ ਪਹਿਲਾਂ ਆ ਕੇ, ਉਦੋਂ ਬਾਅਦ ਤੁਸੀਂ ਕਰੋ। ਬਾਕੀ ਸਿੱਖਾਂ ਵਿੱਚ ਜਾਂ ਨਿਹੰਗ ਸਿੰਘਾਂ ਦੇ ਵਿੱਚ ਜਿੱਦਾਂ ਪਹਿਲੋਂ ਤੋਂ ਇਤਿਹਾਸ ਗਵਾਹ ਆ ਇਹਨਾਂ ਗੱਲਾਂ ਦਾ ਵੀ ਜਦੋਂ ਕਿਤੇ ਨਿਹੰਗ ਮਿਸਲਾਂ ਦੇ ਕੋਲ ਸਾਡੇ ਸਿੱਖ ਰਾਜ ਦੇ ਵਿੱਚ ਆ ਕੇ ਕਿਸੇ ਫਰਿਆਦੀ ਨੇ ਫਰਿਆਦ ਕੀਤੀ ਵੀ ਸਾਡੀ ਕੋਈ ਉਹਨਾਂ ਸਮਿਆਂ ਦੇ ਵਿੱਚ ਜਦੋਂ ਇਹ ਮੁਲਕ ਗੁਲਾਮ ਸੀਗਾ ਆਪਣੇ ਮੁਸਲਮਾਨ ਲੋਕਾਂ ਦੇ, ਜਦੋਂ ਕਿਸੇ ਨੇ ਫਰਿਆਦ ਕੀਤੀ ਵੀ ਮੇਰੀ ਬਹੂ ਬੇਟੀ ਨੂੰ ਕੋਈ ਚੱਕ ਕੇ ਲੈ ਗਿਆ, ਨਿਹੰਗ ਸਿੰਘ ਜਾਂਦੇ ਰਹੇ। ਸਾਡੇ ਧਰਮ ਦੇ ਲੋਕ ਅਣਖ ਸ਼ਬਦ ਜਿਹੜਾ ਆ ਉਹ ਸਾਰਿਆਂ ਵਿੱਚ ਨਹੀਂ ਰੁਕ ਸਕਦਾ। ਜੇ ਕਹੀਏ ਸਾਰਿਆਂ 'ਚ ਅਣਖ ਹੋਊਗੀ, ਨਹੀਂ ਹੋਊਗੀ। ਹਾਂ ਮੈਂ ਆਪਣੀ ਗੱਲ ਕਰਦਾ, ਮੇਰੇ ਅੱਖਾਂ ਦੇ ਸਾਹਮਣੇ ਕਿਸੇ ਗੈਰ ਧਰਮ ਦੀ ਔਰਤ ਦੇ ਕੋਈ ਕੱਪੜੇ ਪਾੜੇ, ਜੇ ਮੈਂ ਜਿਉਂਦਾ ਵਾਂ ਤੇ ਮੈਂ ਉਸ ਸ਼ਖਸ ਨੂੰ ਰੋਕੂੰਗਾ। ਵਾਕਈ ਜੇ ਅਣਖ ਦੀ ਗੱਲ ਕਰਦੇ ਆ, ਗੈਰਤ ਦੀ ਗੱਲ ਕਰਦੇ ਆ, ਜੇ ਤੁਸੀਂ ਇਸ ਮੁੱਦੇ ਨੂੰ ਇੱਕ ਇਸ਼ੂ ਲੈ ਕੇ ਕਰਦੇ ਆ ਗੱਲਾਂ, ਇਹ ਗੱਲਾਂ ਗਲਤ ਨੇ। ਧਾਰਮਿਕ ਗ੍ਰੰਥ ਦੀ ਬੇਅਦਬੀ ਹੋਣੀ ਬਹੁਤ ਵੱਡੀ ਗੱਲ, ਪਰ ਇਹ ਕਿਉਂ ਇਦਾਂ ਹੋਈ? ਕਿਉਂਕਿ ਕਾਨੂੰਨ ਨਾਂ ਦੀ ਚੀਜ਼ ਤੋਂ ਲੋਕਾਂ ਦਾ ਵਿਸ਼ਵਾਸ ਉੱਠ ਗਿਆ। ਇੱਕ ਜੰਮਣ ਤੋਂ ਲੈ ਕੇ ਮਰਨ ਤੱਕ ਦਾ ਖੁਰਾਕ ਦਾਣਾ ਪਾਣੀ ਦੇਣ ਵਾਲੇ ਲੋਕ ਉੱਥੇ ਬਾਰਡਰਾਂ ਦੇ ਉੱਤੇ ਬੈਠੇ ਭੀਖ ਮੰਗਦੇ ਵੀ ਸਾਡੇ ਆ ਕਾਨੂੰਨ ਵਾਪਸ ਲੈ ਲਓ, ਅਸੀਂ ਫਸਲਾਂ ਪੈਦਾ ਕਰਦੇ ਤੁਸੀਂ ਖਰੀਦੋ। ਸਰਕਾਰ ਕਹਿੰਦੀ ਆ ਵੀ ਨਹੀਂ ਇਹ ਅਸੀਂ ਨਹੀਂ ਇਦਾਂ ਕਰਨੀ, ਇਸ ਕਰਕੇ ਉਹ ਕਾਨੂੰਨ ਲਾਗੂ ਰਹਿਣਗੇ। ਰੱਬ ਜਾਣੇ ਅੰਦਰਲੀਆਂ ਗੱਲਾਂ ਕੀ ਆ, ਅਸੀਂ ਇੱਕ ਸਧਾਰਨ ਲੋਕ ਆ। ਪਰ ਉਹ ਜੋ ਨਿਹੰਗ ਸਿੰਘਾਂ ਦਾ ਫੈਸਲਾ ਆ, ਉਹਨਾਂ ਦੀ ਇਹ ਪਹਿਲੋਂ ਤੋਂ ਹੀ ਰਹੀ ਆ ਰੋਹ ਰੀਤ, ਜਦੋਂ ਉਹ ਜੰਗਲਾਂ ਵਿੱਚ ਵੀ ਰਹਿੰਦੇ ਸੀ। ਇਹ ਨਹੀਂ ਉਹ ਨਿਹੰਗ ਹੋਰ ਸੀ ਇਹ ਹੋ ਰਿਹਾ, ਨਹੀਂ। ਨਿਹੰਗ ਸਿੰਘ ਕਿਸੇ ਵੀ ਜਾਤ ਨਾਲ ਸੰਬੰਧ ਨਹੀਂ ਰੱਖਦੇ। ਜਿਹੜਾ ਵੀ ਸਿੱਖ ਧਰਮ ਦੇ ਵਿੱਚ ਆ ਗਿਆ ਬੰਦਾ, ਜਾਤੀ ਬੰਧਨ ਕੋਈ ਨਹੀਂ। ਬਿਲਕੁਲ ਕਿਉਂਕਿ ਗੁਰੂ ਸਾਹਿਬ ਨੇ ਇਹ ਗੱਲ ਕਹੀ ਆ ਵੀ ਜਿਹੜਾ ਸਿੱਖ ਦੀ ਜਾਤ ਪੁੱਛੇ ਉਹ ਤਨਖਾਹੀਆ ਕਰਾਰ ਦਿੰਦੇ ਆ ਵੀ ਤੂੰ ਜਾਤ ਕਿਉਂ ਪੁੱਛੀ, ਜਾਤਾਂ ਸਾਰੀਆਂ ਇੱਕ ਨੇ। ਧਰਮ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ, ਉਹ ਇਹ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਆ। ਮਸਲਾ ਇਹ ਆ ਵੀ ਹੁਣ ਇਸ ਮਸਲੇ ਨੂੰ ਇਸ਼ੂ ਲੈ ਕੇ ਹਾਂ ਉਹਨਾਂ ਨੇ ਗੁੱਸੇ ਦੇ ਵਿੱਚ ਜਿਹੜਾ ਉਹ ਦੱਸਣਾ ਕੀਤਾ ਵੀ ਇਸ ਤਰ੍ਹਾਂ ਹੱਥ ਕੱਟਿਆ, ਲੱਤ ਕੱਟੀ, ਇੱਕ ਦੱਸਿਆ। ਮੈਂ ਇਹ ਸ਼ਰਤ ਕਰਦਾ, ਮੈਂ ਦਾਅਵਾ ਕਰਦਾ, ਇਹਦੇ ਨਾਲ ਬਹੁਤ ਲੋਕਾਂ ਨੂੰ, ਜਿਨ੍ਹਾਂ ਨੂੰ ਕਿਸੇ ਨੂੰ ਪੈਸੇ ਦੇ ਕੇ ਗੁਰਦੁਆਰਾ ਸਾਹਿਬ ਵਿੱਚ ਬੇਅਦਬੀਆਂ ਕਰਵਾਈਆਂ ਜਾ ਰਹੀਆਂ ਪੰਜਾਬ ਦੇ ਵਿੱਚ, ਜਾਂ ਕਿਤੇ ਆ ਜਿੱਦਾਂ ਕਹਿ ਲਓ ਵੀ ਕਿਸੇ ਨੇ ਤਾਂ ਉਹਨੂੰ ਘੱਲਿਆ ਉਹ ਅਨੰਦਪੁਰ ਸਾਹਿਬ ਦੇ ਵਿੱਚ ਚੱਲਦੇ ਕੀਰਤਨ ਉੱਤੇ ਇੱਕ ਸੈਕਟ ਸਿੱਟਦੇ, ਇੱਕ ਦਰਬਾਰ ਸਾਹਿਬ ਤੇ। ਬੜੀ ਵੱਡੀ ਗੱਲ ਹੈ ਇਹ ਕਿ ਉਹਨਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹ ਕੀ ਕਰਦੇ ਆ, ਫੜ ਕੇ ਪੁਲਿਸ ਨੂੰ ਦੇ ਦਿੰਦੇ, 4 ਡੰਡੇ ਵੱਜਣਗੇ। ਹਰੇਕ ਇੱਕ ਵੱਡੀ ਗੱਲ ਇਹ ਵੀ ਨਾਲ ਜੁੜਦੀ ਹੈ ਕਿ ਜਦੋਂ ਵੀ ਕੋਈ ਬੇਅਦਬੀ ਕਰਦਾ ਉਹ ਕਹਿ ਦਿੰਦੇ ਆ ਇਹਦਾ ਦਿਮਾਗ ਨਹੀਂ ਸਹੀ। ਜੇ ਇਹਦਾ ਦਿਮਾਗ ਨਹੀਂ ਸਹੀ ਤੇ ਆਪਦੇ ਘਰੇ ਭਾਈ ਆਪਣੀਆਂ ਬੁੜੀਆਂ ਕੁੜੀਆਂ ਘਰੇ ਬੈਠੀਆਂ, ਉਹਨਾਂ ਨਾਲ ਕਿਉਂ ਨਹੀਂ ਗੱਲ? ਸਾਰੇ ਕਮਲੇ ਜਿੰਨੇ ਵੀ ਕਮਲੇ ਇਹਨਾਂ ਨੂੰ ਗੁਰੂ ਘਰ ਹੀ ਦਿੰਦਾ, ਇਹਨਾਂ ਨੂੰ ਗੁਰੂ ਘਰ ਹੀ। ਇਹ ਚੀਜ਼ ਵੀ ਸੋਚਣਯੋਗ ਹੈ। ਇਹ ਕਾਨੂੰਨ ਨੂੰ ਨਹੀਂ ਸਮਝ ਆਉਂਦੀ ਵੀ ਇਹ ਕਿਉਂ ਹੋ ਰਿਹਾ, ਵੀ ਇੰਨੇ ਟਾਈਮ ਤੋਂ ਹੋ ਰਿਹਾ। ਸਾਡੇ ਸਰਕਾਰਾਂ ਦੇ, ਸਾਡੇ ਗ੍ਰਹਿ ਮੰਤਰੀਆਂ ਦੇ ਨਿਗਰਾਨੀ ਨਹੀਂ ਆਉਂਦਾ ਕਿ ਆਹ ਇੱਕ ਚੀਜ਼ ਲਗਾਤਾਰ ਹੋ ਰਹੀ ਆ। ਹਰ ਵਾਰ ਇਹ ਕਮਲੇ ਹੀ ਹੁੰਦੇ ਆ। ਇਹਦੇ ਉੱਤੇ ਸੋਚੀਏ, ਇਹਨੂੰ ਕੁਝ ਕਿਉਂ ਨਹੀਂ ਹੋ ਸਕਦਾ? ਬਿਲਕੁਲ ਕਿਸੇ ਵਿਦਵਾਨ ਦੀ ਲਿਖਤ ਮੁਤਾਬਕ, ਉਹਦੇ ਮੈਂ ਸੁਣਨ ਮੁਤਾਬਕ 399 ਗ੍ਰੰਥ ਨੇ ਦੁਨੀਆ ਭਰ ਦੇ ਜੀ। 399 ਗ੍ਰੰਥ ਨੇ ਤੇ ਧਰਮਾਂ ਦਾ ਕੋਈ ਪਤਾ ਨਹੀਂ ਕਿੰਨੇ ਕੁ ਧਰਮ, ਜਿੱਦਾਂ ਕੋਈ ਕਿਸੇ ਧਰਮ 'ਚ ਪ੍ਰਵੇਸ਼ ਹੋ ਗਿਆ, ਕੋਈ ਕਿਸੇ 'ਚ ਹੋ ਗਿਆ। ਇੰਨੇ ਗ੍ਰੰਥਾਂ ਦੇ ਬਾਵਜੂਦ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਹੋ ਰਹੀ ਆ? ਜਿੱਥੇ ਵੀ ਕਿਤੇ ਸੁਣਦੇ ਆ ਪੰਜਾਬ ਦੇ ਵਿੱਚ ਇਹ ਕਿਉਂ ਹੋ ਰਹੀ ਆ? ਕਿਉਂਕਿ ਇਹ ਇੱਕ ਜਿੱਦਾਂ ਪੰਜਾਬ ਦੇ ਲੋਕਾਂ ਨੂੰ ਚੈੱਕ ਕੀਤਾ ਜਾ ਰਿਹਾ ਵੀ ਕਿੱਦਾਂ ਵਾਕਿਆ ਇਹ ਲੋਕ ਅਜੇ ਮਾੜੀ ਮੋਟੀ ਰੱਖਦੇ ਅਣਖ ਗੈਰਤ ਜਿਉਂਦੇ ਆ ਇਹ, ਤੇ ਨਹੀਂ ਇਹ ਗੱਲਾਂ ਜਿਹੜੀਆਂ ਹੋ ਰਹੀਆਂ। ਹਾਂ ਸਾਨੂੰ ਉਹ ਜਿਹੜੇ ਨਿਹੰਗ ਜਥੇਬੰਦੀਆਂ ਆ, ਮੈਂ ਇਹ ਵੀ ਦਾਅਵੇ ਨਾਲ ਕਹਿਣਾ ਕੱਲ੍ਹ ਨੂੰ ਉਹਨਾਂ ਦੇ ਅੱਖਾਂ ਦੇ ਸਾਹਮਣੇ ਕਿਸੇ ਹੋਰ ਮੰਦਿਰ ਵਿੱਚ, ਕਿਸੇ ਹੋਰ ਮਸਜਿਦ ਵਿੱਚ, ਕਿਸੇ ਹੋਰ ਗਿਰਜਾ ਘਰ ਦੇ ਵਿੱਚ ਵੀ ਕੋਈ ਉਸ ਧਰਮ ਦੇ ਲੋਕਾਂ ਨਾਲ ਧੱਕੇਸ਼ਾਹੀ ਹੋਊਗੀ, ਜੇ ਨਿਹੰਗ ਸਿੰਘ ਜਥੇਬੰਦੀ ਉੱਥੇ ਹੋਊਗੀ ਤਾਂ ਹੋਣ ਨਹੀਂ ਦੇਣਗੇ। ਸੋ ਇਹ ਗੱਲ ਵੀ ਇੱਕ ਨੋਟ ਕਰਨ ਯੋਗ ਆ ਕਿ
ਕਿੰਨੇ ਸਾਲਾਂ ਤੋਂ ਤਕਰੀਬਨ 2015 ਤੋਂ ਲੈ ਕੇ ਹੁਣ ਤੱਕ ਜੋ ਵੀ ਬੇਅਦਬੀਆਂ ਹੋ ਰਹੀਆਂ ਉਹ ਸਿਰਫ ਤਾਂ ਸਿਰਫ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਹੀ ਕਿਉਂ ਹੋ ਰਹੀਆਂ? ਹੋਰ ਵੀ ਬਹੁਤ ਸਾਰੇ ਗ੍ਰੰਥ ਨੇ, ਅਸੀਂ ਨਹੀਂ ਚਾਹੁੰਦੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੋਵੇ। ਇਸ ਗੱਲ ਨੂੰ ਇਸ਼ੂ ਨਹੀਂ ਬਣਾਉਣ ਦੀ ਲੋੜ, ਕਿਉਂਕਿ ਕਿਤੇ ਨਾ ਕਿਤੇ ਇਹ ਚਿੰਜੜੀਆਂ ਛੇੜਨ ਵਾਲੀ ਗੱਲ ਹੈ, ਕਿਉਂਕਿ ਪਤਾ ਆ ਕਿ ਇਹ ਜਿਹੜੀ ਸਿੱਖ ਕੌਮ ਹੈ ਇਹ ਥੋੜ੍ਹੀ ਜਿਹੀ ਗਰਮ ਖੂਨ ਹੁੰਦਾ, ਇਹ ਥੋੜ੍ਹਾ ਜਿਹਾ ਲੜਨ ਲੁੜਨ ਨੂੰ ਤੇਜ਼ ਹੁੰਦੇ ਆ, ਤੇ ਕਿਤੇ ਨਾ ਕਿਤੇ ਭਾਜੀ ਦੀ ਗੱਲ ਬਿਲਕੁਲ ਸਹੀ ਹੈ ਕਿ ਚੈੱਕ ਕਰਨ ਦੀਆਂ ਗੱਲਾਂ ਹੋ ਰਹੀਆਂ ਤੇ ਇਹ ਬਹੁਤ ਵੱਡੀ ਗੱਲ ਹੈ। ਉੱਥੇ ਜਾ ਕੇ ਜਿਹੜੀ ਕਰਨੀ ਉਸ ਬੰਦੇ ਨੇ, ਇੱਥੇ ਤਰਨਤਾਰਨ ਸਾਹਿਬ ਤੋਂ ਹੁਣ ਘਰਦਿਆਂ ਦੀਆਂ ਇੰਟਰਵਿਊਆਂ ਸੁਣਦੇ ਆ, ਉਹ ਕਹਿੰਦੇ 50 ਰੁਪਏ ਲੈ ਕੇ ਝਬਾਲ ਮੰਡੀ ਨੂੰ ਗਿਆ, ਤੇ ਇਹਦਾ ਮਤਲਬ ਉਹ ਕਹਿੰਦੇ ਸੀ ਉਹਨੂੰ ਤਾਂ ਤਰਨਤਾਰਨ ਸਾਹਿਬ ਦੇ ਰਾਹ ਦਾ ਨਹੀਂ ਪਤਾ, ਉੱਥੇ ਕੌਣ ਉਹਨੂੰ ਲੈ ਗਿਆ। ਤੇ ਫਿਰ ਉਹਦੀ ਇੱਕ ਘਰਦਿਆਂ ਦੀ ਕਿਸੇ ਦੀ ਵਿੱਚ ਮੈਂ ਕਲਿੱਪ ਸੁਣਦਾ, ਉਹ ਕਹਿੰਦੇ ਉਹ ਥੋੜੇ ਚਿਰਾਂ ਤੋਂ ਕਰ ਰਿਹਾ ਸੀ, ਮੇਰੀ ਵੱਡੇ ਵੱਡੇ ਲੋਕਾਂ ਨਾਲ ਗੱਲ ਆ, ਰੱਬ ਜਾਣੇ ਅਸਲ ਕੀ ਆ। ਪਰ ਦੁੱਖ ਇਸ ਗੱਲ ਦਾ, ਮਰਨ ਵਾਲਾ ਵੀ ਪੰਜਾਬ ਤੋਂ, ਮਾਰਨ ਵਾਲੇ ਵੀ ਪੰਜਾਬ ਤੋਂ, ਜੇਲਾਂ ਵੀ ਪੰਜਾਬੀਆਂ ਲਈ, ਚਾਹੇ ਉਹ ਨਿਹੰਗ ਰੂਪ 'ਚ ਹੋਣ ਚਾਹੇ ਕਿਸਾਨ ਹੋਣ, ਤੇ 84 ਵਾਂਗੂ ਮੰਨ ਲਿਆ। ਇੱਕ ਮੈਂ ਹੋਰ ਗੱਲ ਕਰਨੀ ਚਾਹੁੰਦਾ, 84 ਦੀ ਗੱਲ ਯਾਦ ਕਰਾਤੀ ਜਗਤਾਰ ਸਿੰਘ ਨੇ। ਜੇ ਹੁਣ ਇਹ ਕਹਿੰਦੇ ਵੀ ਇਹ ਬਹੁਤ ਦਰਦਮਈ ਮੌਤ ਦਿੱਤੀ ਗਈ ਆ, ਕਿ ਜਿੱਦਣ ਦਰਬਾਰ ਸਾਹਿਬ ਤੇ ਅਟੈਕ ਹੋਇਆ 12 ਸਾਲ ਦੇ ਬੱਚੇ, 12 ਮਹੀਨਿਆਂ ਦੇ ਬੱਚੇ ਦੁੱਧ ਚੁੰਘਦੇ ਮਾਵਾਂ ਦੀਆਂ ਕੁੱਖਾਂ 'ਚੋਂ ਫੜ ਕੇ ਭਾਰਤੀ ਫੌਜ ਨੇ ਕੰਧਾਂ 'ਚ ਮਾਰੇ, ਕੀ ਉਹ ਇਨਸਾਨੀਅਤ ਸੀ? ਬਿਲਕੁਲ, ਉਹ ਦਰਦਨਾਕ ਮੌਤ ਨਹੀਂ ਸੀ। ਮਰੀਆਂ ਮਾਵਾਂ ਦਾ ਦੁੱਧ ਚੁੰਘਦੇ ਰਹੇ ਬੱਚੇ, ਇਹ ਦਰਦਨਾਕ ਮੌਤ ਨਹੀਂ ਸੀ। 84 ਦੇ ਵਿੱਚ ਸਿੱਖ ਦਾੜੀ ਵਾਲਾ ਕੇਸ ਵਾਲਾ ਲੱਭ ਕੇ ਗਲਾਂ 'ਚ ਟਾਇਰ ਪਾਏ ਗਏ, ਟਾਇਰ ਲੈ ਕੇ ਦੇਖੋ ਸਿਖੜਾ ਕੈਸੇ ਨਾਚਤਾ ਹੈ, ਇਹ ਨਾਰਾ ਦਿੱਤਾ ਗਿਆ। ਕੀ ਇਹ ਦਰਦਨਾਕ ਮੌਤ ਨਹੀਂ? ਇਹ ਗੱਲ ਵੀ ਦੋਸਤੋ ਨੋਟ ਕਰਨ ਵਾਲੀਆਂ ਇਹ ਗੱਲਾਂ ਦੇਖੋ, ਜਦੋਂ ਗੱਲਾਂ 'ਚੋਂ ਗੱਲ ਚੱਲਦੀ ਆ ਤਾਂ ਫਿਰ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਨੇ। ਇਤਿਹਾਸ ਸਾਨੂੰ ਭੁੱਲਿਆ ਨਹੀਂ, ਇਤਿਹਾਸ ਸਾਨੂੰ ਭੁੱਲਿਆ ਨਹੀਂ, ਅਸੀਂ ਚੰਗੀ ਤਰ੍ਹਾਂ ਆਪਣੇ ਇਤਿਹਾਸ ਨੂੰ ਜਾਣਦੇ ਆ, ਔਰ ਇਹ ਇਤਿਹਾਸ ਅਮਰ ਹੁੰਦੇ ਆ। ਇਤਿਹਾਸ ਜਿਹੜਾ ਇਹ ਇਤਿਹਾਸ ਅੱਜ ਲਿਖਿਆ ਜਾ ਰਿਹਾ, ਦਿੱਲੀ ਸਿੰਘੂ ਬਾਰਡਰ ਜਾਂ ਟਿੱਕਰੀ ਬਾਰਡਰ ਜਾਂ ਹੋਰ ਜਿੰਨੇ ਵੀ ਬਾਰਡਰਾਂ ਤੇ ਸਾਡੇ ਕਿਸਾਨ ਬੈਠੇ ਆ, ਇਹ ਵੀ ਸਾਨੂੰ ਭੁੱਲਣਾ ਨਹੀਂ। ਪਰ ਇਹ ਗੱਲ ਬਹੁਤ ਵੱਡੀ ਗੱਲ ਹੈ ਕਿ ਉਦੋਂ ਦਰਦਨਾਕ ਮੌਤਾਂ ਨਹੀਂ ਮਰੇ। ਹਾਂ, ਜਿਨ੍ਹਾਂ ਜੋ 84 ਤੋਂ 91 ਤੱਕ ਆਪਾਂ ਭੁਗਤਿਆ, ਪੰਜਾਬ ਨੇ ਭੁਗਤਿਆ, ਆਪਣੇ ਵਡੇਰਿਆਂ ਨੇ, ਉਹ ਉਨੀਆਂ ਦਰਦਨਾਕ ਮੌਤਾਂ ਕੌਣ ਸਹਿ ਸਕਦਾ? ਅਜੇ ਨਹੀਂ, ਇਹ ਤੋਂ ਨਹੀਂ ਦਰਦਨਾਕ ਮੈਂ ਨਹੀਂ ਮੰਨਦਾ, ਕਿਉਂਕਿ ਫਰਜ਼ ਕਰੋ ਇੱਕ ਬੱਚੇ ਨੂੰ ਪਤਾ ਹੀ ਨਹੀਂ, ਬੱਚੇ ਦਾ ਕੋਈ ਧਰਮ ਨਹੀਂ ਹੁੰਦਾ, ਬੱਚੇ ਨੂੰ ਅਣਖ ਗੈਰਤ ਜਾਂ ਹੰਕਾਰ ਕੋਈ ਨਹੀਂ, ਬੱਚਾ ਮੱਥਾ ਟੇਕਣ ਜਾ ਰਿਹਾ, 84 'ਚ ਘੇਰਾ ਪੈ ਗਿਆ ਉੱਥੇ। ਇਹ ਜੇ ਕਿਸੇ ਨੂੰ ਇਹ ਗੱਲਾਂ ਨੋਟ ਨਹੀਂ ਲੱਗਦੀਆਂ, ਕੋਲੋਂ ਕਹਿ ਰਿਹਾ, ਪੜ੍ਹੋ ਕਿਤਾਬਾਂ। ਅਜਮੇਰ ਸਿੰਘ ਦੀ ਨਾ ਭੁੱਲਣ ਯੋਗ, ਨਾ ਬਖਸ਼ਣ ਯੋਗ, ਨਾ ਮੰਨਣ ਯੋਗ। ਇਹ ਇੱਕ ਬੁੱਕ ਲੈ ਕੇ ਪੜ੍ਹੋ, ਤੁਹਾਨੂੰ ਪਤਾ ਲੱਗੂਗਾ ਕਿਵੇਂ ਜਿਹੀਆਂ ਲੋਕਾਂ ਦੇ ਨਾਲ ਉਦੋਂ ਵਧੀਕੀਆਂ ਹੋਈਆਂ। ਫਿਰ 84 ਵਿੱਚ ਉਮਰ ਨਹੀਂ ਵੇਖੀ ਗਈ, ਇੱਕ ਆਮ ਲੋਕਾਂ ਨੂੰ ਇੰਨੀ ਤਸ਼ੱਦਦ ਦੇ ਨਾਲ ਮਾਰਿਆ ਜਾਂਦਾ ਰਿਹਾ, ਕੋਹ ਕੇ ਮਾਰਿਆ ਜਾਂਦਾ ਰਿਹਾ। ਜੂਨ ਤੱਕ ਲੋਕਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਸੀ। ਮੈਂ ਤੇ ਇਹ ਸੋਚਦਾ ਵੀ ਉਹ ਜਿਹੜਾ ਫਰਜ਼ ਕਰੋ ਸਿੰਘੂ ਬਾਰਡਰ ਤੇ ਉਹ ਬੰਦਾ ਮਰਿਆ, ਜਿਸ ਤਰ੍ਹਾਂ ਦਾ ਉਹਦਾ ਪਿਛੋਕੜ ਦੱਸਦੇ ਆ, ਉਦਾਂ ਦਾ ਬੰਦਾ ਤਾਂ ਮੇਰਾ ਖਿਆਲ ਸੜਕ ਪਾਰ ਕਰਦਾ ਗੱਡੀ ਥੱਲੇ ਆ ਕੇ ਵੀ ਮਰ ਸਕਦਾ। ਮੌਤ ਬਹੁਤ ਦਰਦਨਾਕ ਹੋ ਸਕਦੀ, ਪਰ ਉਹਦੇ ਨਾਲ ਨਹੀਂ ਸੀ ਪਤਾ ਲੱਗਣਾ। ਕਿਤੇ ਨਾ ਕਿਤੇ ਇਹ ਵੱਡੀਆਂ ਸਾਜ਼ਿਸ਼ਾਂ ਨੇ, ਵੱਡੀਆਂ ਇਹ ਗੱਲਾਂ ਨੂੰ ਆਪਾਂ ਕਹਿ ਸਕਦੇ ਹਾਂ। ਕਿਉਂਕਿ ਉਹ ਬੰਦੇ ਲੱਭੇ ਜਾ ਰਹੇ ਆ ਜਿਨ੍ਹਾਂ ਦੀ ਪਿੰਡ 'ਚ ਕੋਈ ਭੁਗਤ ਨਹੀਂ, ਉਹਨਾਂ ਨੂੰ ਪੈਸੇ ਦਿੱਤੇ ਜਾ ਰਹੇ ਆ ਗੁਰੂ ਸਾਹਿਬ ਦੀ ਬੇਅਦਬੀ ਕਰਵਾਉਣ ਵਾਸਤੇ, ਔਰ ਉਹ ਬੰਦਾ ਮੰਨ ਕੇ ਗਿਆ। ਉਹ ਬੰਦਾ ਉਹਨਾਂ ਦੇ ਕਹਿਣ ਮੁਤਾਬਕ, ਨਿਹੰਗ ਸਿੰਘ ਜਥੇਬੰਦੀਆਂ ਦੇ ਕਹਿਣ ਮੁਤਾਬਕ ਉਹ ਮੰਨ ਕੇ ਗਿਆ ਕਿ ਅਸੀਂ 20 ਜਾਣੇ ਸੀ, ਸਾਨੂੰ 30,000 ਰੁਪਇਆ ਦਿੱਤਾ ਗਿਆ। ਇਹ ਗੱਲਾਂ ਛੋਟੀਆਂ ਨਹੀਂ, ਵੱਡੀ। ਪੰਜਾਬ ਦੇ ਵਿੱਚੋਂ ਲੈ ਕੇ ਗਏ ਆ, ਪੰਜਾਬ ਦੇ ਵਿੱਚ ਉਹਨੇ ਮੰਨਿਆ, ਜਿਵੇਂ ਅਸੀਂ ਆ ਕਲਿੱਪਾਂ ਸੁਣਦੇ ਆ ਸਾਰਿਆਂ ਲੋਕਾਂ ਦੀਆਂ, ਕਿਉਂਕਿ ਜਿਹੜਾ ਮੋਬਾਈਲ ਆ ਇਹਦੇ ਨਾਲ ਕਈ ਗੱਲਾਂ ਵਧੀਆ ਵੀ ਉਸੇ ਵੇਲੇ ਪਤਾ ਲੱਗੀ ਜਾਂਦੀਆਂ। ਪਰ ਮਸਲਾ ਤੇ ਇਸ ਗੱਲ ਦਾ ਆ ਵੀ ਇਸ ਗੱਲ ਨੂੰ ਕਿਤੇ ਨਾ ਕਿਤੇ ਕਿਸਾਨੀ ਮੁੱਦੇ ਦੇ ਨਾਲ ਜੋੜਿਆ ਜਾ ਰਿਹਾ। ਪੋਲੀਟੀਸ਼ੀਅਨਾਂ ਨੂੰ ਗੱਲ ਲਾਪੀ, ਜੇ ਆਪਾਂ ਗੱਲ ਕਰੀਏ ਇਸ ਤਰ੍ਹਾਂ ਨਹੀਂ ਸੀ ਕਰਨੀ ਚਾਹੀਦੀ। ਇਸ ਤਰ੍ਹਾਂ ਮੌਕਾ ਲੱਭਦੇ ਆ ਤੇ ਜੇ ਉੱਥੇ 10-11 ਮਹੀਨੇ ਤੋਂ ਸਾਲ ਹੋ ਚੱਲਿਆ ਮੋਰਚਾ ਲੱਗੇ ਨੂੰ, ਉੱਥੇ ਨਿਹੰਗ ਸਿੰਘ ਤੁਰੇ ਜਾਂਦਿਆਂ ਨੂੰ ਅਸੀਂ ਵੇਖਦੇ ਆ ਸਾਰੇ ਲੰਗਰਾਂ ਵਿੱਚ, ਕਿਸੇ ਨੂੰ ਪੁੱਛਿਆ ਨਹੀਂ ਜਾਂਦਾ ਤੁਸੀਂ ਦਿੱਲੀ ਦੇ ਰਹਿਣ ਵਾਲੇ ਆ, ਤੁਸੀਂ ਹਰਿਆਣੇ ਦੇ ਰਹਿਣ ਵਾਲੇ ਆ, ਲੰਗਰ ਛਕਾਉਂਦੇ, ਚਾਹਾਂ ਪਿਲਾਉਂਦੇ, ਉੱਥੇ ਪਤਾ ਨਹੀਂ ਲੱਗ ਰਿਹਾ ਕਿੰਨਾ ਕੁ ਉੱਥੇ ਕੰਮ ਹੋ ਰਿਹਾ। ਲੜਾਈ ਇਕੱਲੀ ਸਰਕਾਰ ਨਾਲ ਨਹੀਂ ਗੀ ਨਾ, ਸਰਕਾਰ ਸਾਡੇ ਆਪ ਦੇ ਆਪਣੇ 40% ਤੋਂ ਵੱਧ ਪੰਜਾਬੀ ਆ ਜਿਹੜੇ ਚਾਹੁੰਦੇ ਨਹੀਂਗੇ ਵੀ ਇਹ ਬਿੱਲ ਪਾਸ ਹੋਣੇ ਚਾਹੀਦੇ, ਜਿਹੜੇ ਇਸ ਹੱਕ 'ਚ ਲੱਗੇ ਹੋਏ ਆ। ਫਿਰ 60-70 ਚੈਨਲ ਆ
ਬਿਲਕੁਲ ਹਨਾ ਜਿਨ੍ਹਾਂ ਨਾਲ ਲੜਾਈ ਆ, ਜਿਹੜੇ ਲਗਾਤਾਰ ਇਹੀ ਲੱਭ ਰਿਹਾ ਵੀ ਇਹਨਾਂ ਨੂੰ ਕਿੱਦਾਂ ਬਦਨਾਮ ਕਰਨਾ। ਹੁਣ ਜਿਹੜੇ ਚੈਨਲ ਅੱਜ ਕਹਿ ਰਿਹਾ ਵੀ ਇਹਨਾਂ ਨੇ ਉਹਨੂੰ ਇਸ ਤਰ੍ਹਾਂ ਦੀ ਸ਼ਖਸ ਨੂੰ ਮੌਤ ਦਿੱਤੀ, ਤਾਲਿਬਾਨ ਨੂੰ ਮਾਤ ਪਾਤਾ, ਤੇ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਆ ਵੀ ਤੁਸੀਂ ਪਿੱਛੇ ਜਾਓ, ਕਿਤਾਬਾਂ ਪੜ੍ਹੋ। ਨਵੰਬਰ 1984 ਦਿੱਲੀ ਦੀਆਂ ਸੜਕਾਂ ਤੇ ਕੀ ਹੋਇਆ ਹੈ? ਉਦੋਂ ਤੁਹਾਡਾ 14 ਸਾਲ ਦੀਆਂ ਲੜਕੀਆਂ ਦੇ ਨਾਲ 30 ਲੋਕਾਂ ਨੇ ਰੇਪ ਕੀਤਾ। ਕਿਉਂ ਇਦਾਂ ਹੋਈ ਸਿੱਖਾਂ ਨਾਲ? ਬਿਲਕੁਲ 84 ਦੇ ਵਿੱਚ ਦਰਬਾਰ ਸਾਹਿਬ ਦੇ ਅੰਦਰ ਪਤਾ ਨਹੀਂ ਉੱਥੇ ਕਿੰਨਾ ਕੁਛ ਲੋਕਾਂ ਨਾਲ ਹੋਇਆ, ਜਿਹੜੇ ਤਬਾਹਾਂ ਕੜੀਆਂ ਕਰਕੇ ਨਿਕਲ ਆਏ। ਤੇ ਉੱਥੇ ਦੱਸਦੇ ਆ ਸਫਾਈ ਦੌਰਾਨ ਹਜ਼ਾਰਾਂ ਬੋਤਲਾਂ ਦੁੱਧ ਵਾਲੇ ਪੀਣ ਵਾਲੇ ਬੱਚਿਆਂ ਦੀਆਂ ਇਕੱਠੀਆਂ ਕੀਤੀਆਂ ਗਈਆਂ। ਬਾਅਦ ਚ ਬੱਚੇ ਕਿੱਥੇ ਗਏ? ਕਿਉਂਕਿ ਆਪਣੀ ਕੌਮ ਆ, ਬਹੁਤ ਆਪਾਂ ਜ਼ਿਆਦਾ। ਮੰਨ ਲਓ ਆਪਾਂ ਨੂੰ ਲੱਗਦਾ ਗਲਤ ਤਾਂ ਆਪਾਂ ਲੜ ਪੈਣਾ, ਇਹ ਲੋਕ ਆ ਅੰਦਰੂਨੀ ਚਾਲਾਂ ਚੱਲਣ ਵਾਲੇ। ਅੰਦਰੂਨੀ ਹਨਾ ਜਿੱਦਾਂ ਕਹ ਲਓ ਵੀ ਜਦੋਂ 370 ਹਟਾਈ ਗਈ ਜੰਮੂ ਚੋਂ, ਕਿੰਨਾ ਰੋਲਾ ਚੱਲਿਆ ਉੱਤੇ ਜ਼ਮੀਨਾਂ ਖਰੀਦ ਲੈ, ਕਿਉਂਕਿ ਇਹ ਸਿਰਫ ਰੋਲਾ ਪਾ ਕੇ ਭੱਟ ਸਕਦੇ ਆ। ਹਨਾ ਰੋਲਾ ਪਿਆ, ਇੱਕ ਬੰਦੇ ਨੇ ਅੱਜ ਤੱਕ ਉੱਥੇ ਜਾ ਕੇ ਜੰਮੂ 'ਚ ਜ਼ਮੀਨ ਖਰੀਦੀ ਆ, ਜੰਮੂ ਤੋਂ ਬਾਹਰਲੇ ਨੇ ਖਰੀਦ ਲੈਂਦੇ ਜਾ ਕੇ। ਬਿਲਕੁਲ ਸਹੀ ਹਨਾ ਤੁਸੀਂ ਚੈਨਲਾਂ ਤੇ ਇਦਾਂ ਹਾਈਲਾਈਟ ਇਦਾਂ ਰੌਲਾ ਪਾਉਨੇ ਆ, ਅਸੀਂ ਆਹ ਕਰ ਦਿਆਂਗੇ, ਕਿਉਂਕਿ ਇਹ ਗੱਲਾਂ ਨਾਲ ਜਿੱਤਣ ਵਾਲੇ ਆ। ਕਿਉਂਕਿ ਇੱਕ ਬੰਦਾ ਹੁੰਦਾ, ਕਿਉਂਕਿ ਰਾਜਨੀਤਿਕ ਬੰਦਿਆਂ ਨੂੰ ਪਤਾ ਹੁੰਦਾ ਕਿ ਇਹਨੂੰ ਰਾਜਨੀਤੀ ਲਈ ਕਿਹੜਾ ਬੰਦਾ ਫਿੱਟ ਆ। ਬਿਲਕੁਲ ਹਨਾ ਤੇ ਰਾਜਨੀਤੀ ਦੇ ਵਿਰੁੱਧ ਚੱਲਣ ਨੂੰ, ਕਿਉਂਕਿ ਚਾਲਾਂ ਤੇ ਇਹਨਾਂ ਨੇ ਜੇ ਹੁਣ ਅੱਤਵਾਦ ਕਹਿੰਦੇ ਆ, ਅੱਤਵਾਦ ਕਿੱਥੋਂ ਨਿਕਲਦਾ? ਰਾਜਨੀਤੀ ਦੇ ਦੂਜਾ ਪੱਖ ਆ। ਬਿਲਕੁਲ ਆਪ ਹੀ ਨਾਲੇ ਹੁਣ ਤਕਰੀਬਨ ਹੁਣ ਤੱਕ ਕਿੰਨੇ ਗੈਂਗਸਟਰਾਂ ਦੇ ਐਨਕਾਊਂਟਰ ਹੋ ਚੁੱਕੇ ਆ, ਉਹ ਉਹਨਾਂ ਦੀ ਇੰਟਰਵਿਊਆਂ ਸੁਣ ਲਓ, ਉਹ ਕਹਿੰਦੇ ਨੇ ਆਪ ਵੀ ਸਾਨੂੰ ਫਲਾਣੇ ਦੀ ਸ਼ਹਿ ਸੀ, ਹੁਣ ਬਾਅਦ ਚ ਮੁੱਕਰਦੇ ਆ, ਬੇਸ਼ੱਕ ਸਾਫ਼ ਮੁੱਕਰੀ ਜਾਣ। ਹਾਂ ਨੌਜਵਾਨ ਇਹ ਤੋਂ ਗੱਲ ਇੱਕ ਹੋਰ ਯਾਦ ਆ ਗਈ, ਉਹਨੂੰ ਵੀ ਗੈਂਗਸਟਰ ਨਵਜੀਤ ਗੁੱਗੂ ਕਰਕੇ ਮੁੰਡਾ, ਹਸਪਤਾਲ ਵੀ ਉਹਨਾਂ ਨੇ ਖੋਲਿਆ ਬਟਾਲੇ, ਜਿਹਨੇ ਨਿਹੰਗ ਨਵਤੇਜ ਸਿੰਘ ਗੱਗੂ ਨਵਤੇਜ ਸਿੰਘ ਗੱਗੂ ਮੇਰਾ ਇੱਥੇ ਲਿਖਿਆ ਹੋਇਆ ਉਹਦਾ ਨਾਂ ਦਾ ਜਿਹੜਾ ਨੌਜਵਾਨ ਹੈ, ਉਹਨੇ ਨਿਹੰਗ ਅਜੀਤ ਸਿੰਘ ਪੂਲੇ ਨੂੰ ਜੇਲ੍ਹ 'ਚ ਸਜ਼ਾ ਦਿੱਤੀ ਸੀਗੀ। ਉਹਦਾ ਵੀ ਇਹ ਬਿਆਨ ਸਿਗਾਰੇ ਭਾਜੀ ਆਇਆ, ਕਹਿੰਦਾ ਕਿ ਇਦਾਂ ਜਿਹੜਾ ਦਰਦ ਜਿਹੜਾ ਟੰਗਿਆ ਆ, ਉਹ ਕਿਤੇ ਨਾ ਕਿਤੇ ਲੋਕਾਂ ਨੂੰ ਐਂਟੀ ਕਰਾ ਗਿਆ ਸਾਡੇ, ਜਿਹੜਾ ਮਾਰ ਕੇ ਉਹਨੂੰ ਟੰਗ ਦਿੱਤਾ ਗਿਆ, ਮਾਰ ਕੇ ਲੋਕਾਂ ਦੇ ਅੰਦਰ ਡਹਿਲ ਪਾ ਦਿੱਤਾ। ਮੇਰੇ ਹਿਸਾਬ ਨਾਲ ਹੁਣ ਉਹਦੇ ਦੋ ਪੱਖ ਨੇ। ਗੁੱਗੂ ਭਾਜੀ ਨੂੰ ਵੀ ਅਸੀਂ ਇਹ ਗੱਲ ਕੋਈ, ਅਸੀਂ ਕਿਤੇ ਦੋਖੀ ਆ ਗੁੱਗੂ, ਅਸੀਂ ਦੋਖੀ ਨਹੀਂ ਕਿਸੇ ਦੇ, ਪਰ ਜੇ ਇਦਾਂ ਨਾ ਹੁੰਦੀ ਹੁਣ ਡਰ ਕਿੱਦਾਂ ਪੈਂਦਾ? ਤੁਸੀਂ ਇਸ ਗੱਲ ਨੂੰ ਕਿਵੇਂ ਦੇਖਦੇ ਵੀ ਗੁੱਗੂ ਭਾਜੀ ਨੇ ਇਹ ਗੱਲ ਕਹਿ, ਇਹਨੂੰ ਠੱਲਣ ਦਾ ਤਰੀਕਾ ਹੋਰ ਕੀ ਸੀ? ਹਨਾ ਤੁਸੀਂ ਦੱਸ ਦਿਓ। ਹੁਣ ਉਹਦੀ ਗੱਲ ਦਾ ਮੈਂ ਇਹ ਥੋੜਾ ਜਿਹਾ ਮੈਨੂੰ ਯਾਦ ਆ ਇਹ ਗੱਲਾਂ, ਕਿਉਂਕਿ ਮੈਂ ਤਕਰੀਬਨ ਪੜ੍ਹਦਾ ਆ ਕਿਤਾਬਾਂ। ਮਸਲਾ ਇਹ ਆ ਵੀ ਜਿੱਥੇ ਇੱਕ ਕਿਤਾਬਾਂ ਪੜ੍ਹਨ ਤੋਂ ਜਾਂ ਅਖਬਾਰਾਂ ਪੜ੍ਹਨ ਤੋਂ ਜਦੋਂ ਗੱਗੂ ਨੂੰ ਇਹ ਗੱਲ ਗਲਤ ਲੱਗੀ, ਉਹਦੇ ਨਾਲ ਹਰਚੰਦ ਸਿੰਘ ਇੱਕ ਨੌਜਵਾਨ ਰਲਿਆ, ਉਹਨਾਂ ਨੂੰ ਜਦੋਂ ਨਿਹੰਗ ਬਾਣੇ ਵਿੱਚ ਹੀ ਬੰਦਾ ਗਲਤ ਲੱਗਾ, ਉਹਨਾਂ ਨੇ ਨਹੀਂ ਵੇਖਿਆ ਗੁਰੂ ਦਾ ਸਿੱਖ ਆ ਤੇ ਨਿਹੰਗ ਸਿੰਘ ਆ, ਪੈਟਰੋਲ ਪਾ ਕੇ ਜੇਲ੍ਹ ਵਿੱਚ ਅੱਗ ਲਾ ਦਿੱਤੀ ਗਈ। ਤੇ ਸਾਰੀ ਕੌਮ ਨੇ ਉਹਨਾਂ ਨੂੰ ਸਹਿਰਾਇਆ, ਔਰ ਅਸੀਂ ਖੁਦ ਸਲਾਮ ਕਰਦੇ, ਸਲੂਟ ਕਰਦੇ। ਨਿਹੰਗ ਸਿੰਘ ਬਾਣੇ 'ਚ ਅਜੀਤ ਸਿੰਘ ਪੂਲੇ ਨੇ ਜੋ ਹਰਕਤਾਂ ਕੀਤੀਆਂ, ਉਹ ਨੌਜਵਾਨਾਂ ਨੇ ਕਿਤਾਬਾਂ ਹੀ ਪੜ੍ਹੀਆਂ, ਰਸਾਲੇ ਪੜ੍ਹੇ, ਉਹਨਾਂ ਨੂੰ ਇੰਨਾ ਗੁੱਸਾ ਆਇਆ, ਉਹਨਾਂ ਨੇ ਅੰਦਰ ਹੀ ਪੈਟਰੋਲ ਪਾ ਕੇ ਲੂਹ ਦਿੱਤਾ। ਉਹਨਾਂ ਨੇ ਨਹੀਂ ਵੇਖਿਆ ਵੀ ਇਹ ਜੇ ਨਿਹੰਗ ਸਿੰਘ ਨੂੰ ਲੋਇਆ ਤਾਂ ਸਾਡੇ ਤੇ ਨਿਹੰਗ ਜਥੇਬੰਦੀਆਂ ਇਤਰਾਜ਼ ਕਰਨਗੀਆਂ, ਸਾਡੇ ਤੇ ਇਹਦੀਆਂ ਸਾਰੀਆਂ ਫੌਜਾਂ, ਗੁਰੂ ਕਿਆਂ ਲਾਡਲੀਆਂ ਫੌਜਾਂ ਵੀ ਕਿਹਾ ਜਾਂਦਾ। ਹਾਂ, ਪਰ ਜੇ ਨਿਹੰਗ ਜਥੇਬੰਦੀਆਂ ਨੂੰ ਵੀ ਲੱਗਾ ਵੀ ਉਹ ਬੰਦਾ ਗਲਤ ਸੀ, ਕਿਸੇ ਨੇ ਗੱਗੂ ਹੋਣਾ ਨੂੰ ਮਾੜਾ ਨਹੀਂ ਕਿਹਾ। ਆਪਾਂ ਗੱਲ ਕਰ ਰਹੇ ਹਾਂ, ਦੇਖੋ ਜਿਹੜਾ ਬੰਦਾ ਜਿਸ ਵੀ ਧਰਮ ਦੇ ਵਿੱਚ ਗਲਤ ਆ, ਚਾਹੇ ਉਹ ਮੈਂ ਕਿਉਂ ਨਾ ਹੋਵਾਂ, ਚਾਹੇ ਉਹ ਕੋਈ ਵੀ ਹੋਵੇ, ਜਿਹੜਾ ਧਰਮ ਦੇ ਵਿੱਚ ਜਾਂ ਇਦਾਂ ਪੈਸੇ ਦੇ ਲੈਣ ਦੇਣ ਕਿਸੇ ਲਾਲਚ ਵਸ ਹੋ ਕੇ ਕੰਮ ਕਰਦਾ, ਗੱਗੂ ਹੁਣਾਂ ਨੇ ਕੋਈ ਅੱਜ ਤੱਕ ਮੇਰਾ ਖਿਆਲ ਲਾਲਚ ਵਸ ਹੋ ਕੇ ਪੂਲੇ ਨੂੰ ਨਹੀਂ ਮਾਰਿਆ। ਅੰਦਰੋਂ ਅਣਖ ਜਾਗੀ, ਗੈਰਤ ਜਾਗੀ, ਕੁਰਬਾਨੀ ਪੈਸੇ ਨਾਲ ਨਹੀਂ ਹੁੰਦੀਆਂ। ਪੈਸੇ ਲੈ ਕੇ ਤੇ ਜਿੱਦਾਂ ਬੇਅਦਬੀ ਕੀਤੀ, ਇਦਾਂ ਦੇ ਛੋਟੀਆਂ ਕੰਮ ਕਰ ਸਕਦਾ ਬੰਦਾ ਪੈਸੇ ਲੈ ਕੇ, ਕੁਰਬਾਨੀ ਪੈਸਿਆਂ ਨਾਲ ਨਹੀਂ ਖਰੀਦੀ। ਹੁਣ ਅਸੀਂ ਮੋਰਚੇ 'ਚ ਹੁਣ ਤੱਕ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਾਂਦੇ ਰਹੇ, ਆਪਣੇ ਟਰੈਕਟਰ ਟਰਾਲੀਆਂ ਲੈ ਕੇ ਗਏ ਆ, ਉੱਥੇ ਪਤਾ ਹੀ ਨਹੀਂ ਕਿੰਨਾ ਚਿਰ ਰੋਕ ਕੇ ਆਏ, ਹੁਣ ਵੀ ਵਿੱਚੋਂ ਜਦੋਂ ਟਾਈਮ ਲੱਗਦਾ ਜਾਂਦੇ। ਜੇ ਕੋਈ ਹੁਣ ਸਾਨੂੰ ਕਵੇ ਤਾਂ ਪੈਸੇ ਦਾ ਕਰਕੇ ਭੱਜੇ ਫਿਰਦੇ ਆ, ਨਹੀਂ, ਸਾਡਾ ਅੰਦਰ ਜ਼ਮੀਰ ਸਾਨੂੰ ਆਵਾਜ਼ ਜਗਾਉਂਦਾ ਦਿੰਦਾ ਆ, ਉਹ ਮਾਰੇ ਜਾਓਗੇ ਤੁਸੀਂ, ਉਹਨਾਂ ਦਾ ਸਾਥ ਦਿਓ। ਅਸੀਂ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਆ, ਵੀ ਉਹਨਾਂ ਨੇ ਜੋ ਇਹ ਕੰਮ ਕੀਤਾ ਸ਼ਲਾਘਾਯੋਗ ਆ, ਕਿਉਂਕਿ ਜੇ ਕਿਸੇ ਨੂੰ ਸਜ਼ਾ ਮਿਲੇ
ਆਪੇ ਨਾ ਕੋਈ ਗਲਤੀ ਕਰੇ। ਇੱਥੇ ਕੀ ਹੋ ਰਿਹਾ, ਸਜ਼ਾ ਨਹੀਂ ਮਿਲ ਰਹੀ, ਗਲਤੀ ਤੇ ਗਲਤੀ ਹੋਈ ਜਾਂਦੀ। ਜਿਹੜੇ ਇਹ ਕਿਸਾਨੀ ਮੋਰਚਾ ਆ ਉਹਨਾਂ ਨੇ ਇਹ ਗੱਲ ਉਹਨਾਂ ਦੀ ਕਹਿਣੀ ਬਣਦੀ ਆ, ਕਿਉਂਕਿ ਜੇ ਤਾਂ ਉਹ ਕਹਿੰਦੇ ਉਸੇ ਵੇਲੇ ਹੀ ਕਹਿ ਦਿੰਦੇ। ਇੱਥੇ ਇੱਕ ਗੱਲ ਹਾਈਲਾਈਟ ਹੋਣ ਦਾ ਬਹੁਤ ਚਾਂਸ ਆ ਜੀ। ਜੇ ਉਸੇ ਵੇਲੇ ਉਹ ਕਹਿੰਦੇ ਅਸੀਂ ਨਿਹੰਗ ਜਥੇਬੰਦੀਆਂ ਦੇ ਨਾਲਿਆਂ ਤੋਂ ਉੱਥੇ ਹੋ ਸਕਦਾ ਵੀ ਸਰਕਾਰ ਲਾ ਕੇ ਤੋਪਾਂ ਟੈਂਕ ਦੜਾਉਣੇ ਸ਼ੁਰੂ ਕਰ ਦੂ ਬੰਦੇ, ਵੀ ਇਹ ਤਾਂ ਬੰਦੇ ਮਾਰ ਲਾ ਪਏ। ਬਿਲਕੁਲ ਦੋ ਪੱਖ ਹੈਗੇ ਨੇ, ਇਹ ਦੋਨੋਂ ਪੱਖ ਨੇ, ਦੋਨੋਂ ਪੱਖਾਂ ਨੂੰ ਸਮਝਣ ਦੀ ਕੋਸ਼ਿਸ਼ ਹੈ। ਕਿਤੇ ਨਾ ਕਿਤੇ ਜਥੇਬੰਦੀਆਂ ਨੂੰ ਵੀ ਅਸੀਂ ਗਲਤ ਨਹੀਂ ਠਹਿਰਾਉਂਦੇ, ਟਾਰਗੇਟ ਨਹੀਂ ਕਰਦੇ, ਉਹਨਾਂ ਦਾ ਆਪਣਾ ਹੈਗਾ ਆ। ਕਿਉਂਕਿ ਜਦੋਂ ਕੋਈ ਇਦਾਂ ਦੇ ਸੰਘਰਸ਼ ਲੜੇ ਜਾਂਦੇ ਆ ਉਹਦੀ ਵੀ ਇੱਕ ਰਣਨੀਤੀ ਹੁੰਦੀ, ਉਹ ਰਣਨੀਤੀ ਦੇ ਹਿਸਾਬ ਨਾਲ ਚੱਲ ਰਹੇ ਨੇ। ਔਰ ਇਸ ਚੀਜ਼ ਦਾ ਨਿਹੰਗ ਸਿੰਘਾਂ ਨੇ ਵੀ ਸਮਰਥਨ ਕੀਤਾ ਵੀ ਠੀਕ ਹੈ, ਉਹ ਆਪਣੇ ਜੋ ਕਹਿੰਦੇ। ਕਿਉਂਕਿ ਜਿਹੜੇ 3 ਕਾਲੇ ਕਾਨੂੰਨ ਆ ਇਹਨਾਂ ਦਾ ਜੇ ਸਭ ਤੋਂ ਪਹਿਲਾਂ ਪਤਾ ਲੱਗਾ ਆ ਤਾਂ ਉਹ ਕਿਸਾਨ ਜਥੇਬੰਦੀਆਂ ਦੇ ਉਹਨਾਂ ਲੀਡਰਾਂ ਨੂੰ ਪਤਾ ਲੱਗਾ ਜਿਹੜੇ ਅੰਦਰ ਗਤੀ ਸਾਰਾ ਕੁਝ ਪੜ੍ਹ ਰਹੇ ਸੀ, ਸਾਰਾ ਕੁਝ ਸੁਣ ਰਹੇ ਸੀ, ਉਹਨਾਂ ਨੂੰ ਪਤਾ ਲੱਗਾ। ਸਾਡੇ ਵਰਗੇ ਆਮ ਕਿਸਾਨਾਂ ਨੂੰ ਕੋਈ ਨਹੀਂ ਗੱਲ ਦਾ ਪਤਾ, ਅਜੇ ਵੀ ਕਈਆਂ ਨੂੰ ਨਹੀਂ ਪਤਾ ਵੀ ਇਹ ਕਾਨੂੰਨ ਲਾਗੂ ਹੋਏ। ਲੋਕਾਂ ਨੇ ਸੋਚਿਆ ਸੀ ਨੋਟਬੰਦੀ ਤੋਂ ਬਾਅਦ ਨੋਟਾਂ ਦੇ ਰੰਗ ਹੀ ਬਦਲਨੇ ਆ, ਪਰ ਕੀ ਕੁਝ ਬਦਲਿਆ। ਤੁਸੀਂ 20 ਲੱਖ ਰੁਪਈਆ ਇੱਕ ਸਾਲ ਵਿੱਚ ਲੈਣ ਦੇਣ ਕਰਦੇ, ਤੁਹਾਨੂੰ 2% ਟੈਕਸ ਲੱਗਣਾ ਸ਼ੁਰੂ ਆ। ਤੁਸੀਂ ਨਗਦ ਪੈਸੇ ਨਹੀਂ ਜਮ੍ਹਾਂ ਕਰਾ ਸਕਦੇ, ਤੁਸੀਂ ਨਗਦ ਪੈਸੇ ਕਢਾ ਨਹੀਂ ਸਕਦੇ। ਨੋਟਬੰਦੀ ਤੋਂ ਬਾਅਦ ਇਹੋ ਜਿਹੇ ਰਿਜ਼ਰਵ ਬੈਂਕ ਦੇ ਕਾਨੂੰਨ ਬਣ ਗਏ ਵੀ ਤੁਸੀਂ ਸਭ ਕੁਝ ਕੋਲ ਹੁੰਦੇ ਸੁਣਦੇ ਵੀ ਤੁਹਾਡੇ ਕੋਲ ਕੁਝ ਨਹੀਂਗਾ। ਰਾਜਨੀਤੀ ਵਾਲਿਆਂ ਨੂੰ ਮੁੱਦਾ ਚਾਹੀਦਾ, ਉਹਨਾਂ ਨੂੰ ਤਾਂ ਮੁੱਦਾ ਮਿਲਿਆ ਕਿ ਬੇਅਦਬੀ ਵੀ ਮੁੱਦਾ ਆ, ਹਨਾ। ਕਿਉਂਕਿ SYL ਦਾ ਐਗਜ਼ਾਮਪਲ ਹੀ ਰੱਖ ਲਓ ਇੱਥੇ, ਬਿਲਕੁਲ ਕਿੰਨੇ ਸਾਲਾਂ ਦੀ ਆਪਾਂ ਛੋਟੇ ਛੋਟੇ ਸੀ, ਆਪਣੇ ਤੋਂ ਪਹਿਲਾਂ ਦਾ ਠੱਲੀ ਹੋਈ ਆ ਖਾੜਕੂਆਂ ਨੇ, ਹਨਾ, ਉਹ ਉੱਥੇ ਹੀ ਪਈ ਆ। ਜਦੋਂ ਹੁਣ ਸੁਣਿਆ ਆਪਾਂ 4 ਸਾਲ ਤੋਂ ਕਦੇ ਨਹੀਂ ਸੁਣ ਰਹੇ, ਹੁਣ ਉਹ ਚੱਲਣੀਆਂ, ਵੋਟਾਂ ਦਾ ਦੌਰ ਆ ਗਿਆ, ਹੁਣ ਉਹਦਾ ਫਿਰ ਮੁੱਦਾ ਭਖ ਜਾਣਾ। ਪੰਜਾਬੀਆਂ ਨੇ ਕਹਿਣਾ ਅਸੀਂ ਬੰਦ ਕਰਾ ਦੇਣੀ, ਇਹਨਾਂ ਨੇ ਵੋਟਾਂ ਲੈਣ ਵਾਲਿਆਂ ਨੇ, ਹਨਾ। ਇਦਾਂ ਇਹਨਾਂ ਨੇ ਹੁਣ ਆਉਣ ਵਾਲੀ ਜਿਹੜੇ ਬਣਨਾ ਆ ਉਹਨਾਂ ਨੇ ਵੀ ਇਹ ਵਾਅਦੇ ਕਰਕੇ ਜਾਣੇ ਵੀ ਅਸੀਂ ਬੇਅਦਬੀ 1 ਮਹੀਨੇ ਚ ਦੇ ਦਿਆਂਗੇ, ਬੇਅਦਬੀ ਵਾਲੇ ਦੋਸ਼ੀਆਂ ਨੂੰ ਸਜ਼ਾ, ਹਨਾ। ਹਰਿਆਣੇ ਵਾਲਿਆਂ ਨੂੰ ਵੀ ਉਦੋਂ ਚੇਤਾ ਆ ਜਾਂਦਾ ਜਦੋਂ ਇਸ ਵੇਲੇ ਅਸੀਂ ਕਢਵਾ ਦਿੰਦੇ ਆ ਜੀ, ਅਸੀਂ ਚਾਲੂ ਕਰਵਾ ਦੇਣੀ ਵੋਟਾਂ। ਇਹ ਸਿਰਫ ਵੋਟਾਂ ਦੇ ਮਸਲੇ ਬਣਾ ਕੇ ਰਿਜ਼ਲਟ ਕਦੇ ਨਹੀਂ ਦੇਣਾ। ਜੇ ਠੱਗ ਪੰਜਾਬ ਦੇ ਵਿੱਚ ਨੇ, ਜਿਹੜੇ ਠੱਗੀਆਂ ਮਾਰਦੇ ਨੇ, ਜਿਹੜੇ ਇਦਾਂ ਗੇਮਾਂ ਖੇਡਦੇ ਨੇ, ਹਰਿਆਣੇ 'ਚ ਵੀ ਵਾਧੂ ਨੇ, ਸਾਰੇ ਥਾਂ ਉਹੋ ਜਿਹੇ ਮੁੱਦੇ ਉਹ ਚੱਕਦੇ ਨੇ। ਹੁਣ ਤੱਕ ਜਿਹੜੀ ਇਸ ਟਾਈਮ ਪਾਰਟੀ ਮੁਲਕ ਤੇ ਰਾਜ ਕਰ ਰਹੀ ਆ BJP ਜੀ, ਇਹਨਾਂ ਨੇ ਹੁਣ ਤੱਕ ਜਿੱਥੋਂ ਤੱਕ ਵੀ ਏਜੰਡਾ ਰੱਖਿਆ ਰਾਮ ਮੰਦਿਰ ਦਾ ਰੱਖਿਆ। ਰਾਮ ਮੰਦਿਰ ਬਣਨ ਤੱਕ ਕਿੰਨੇ ਲੋਕ ਮਰੇ, ਕਿੰਨੇ ਲੋਕਾਂ ਨੂੰ, ਚਾਹੇ ਉਹ ਗੋਧਰਾ ਕਾਂਡ ਸੀ, ਚਾਹੇ ਉਹ ਕੋਈ ਰੇਲਵੇ ਦਾ ਵਿੱਚ ਅੱਗ ਲਾਈ ਗਈ ਡੱਬਿਆਂ ਨੂੰ, ਕੀ ਕੁਛ ਹੋਇਆ ਉੱਥੇ ਲੋਕਾਂ ਦੇ ਨਾਲ। ਇੱਕ ਰਾਮ ਮੰਦਿਰ ਬਣਨ ਦਾ ਮੁੱਦਾ ਲੈ ਕੇ ਪਾਰਟੀ ਅੱਗੇ ਆਏਗੀ। ਹੁਣ ਰਾਮ ਮੰਦਿਰ ਵੀ ਬਣ ਗਿਆ, ਬਿਲਕੁਲ। ਹੁਣ ਠੀਕ ਆ, ਸਾਡੇ ਸਿੱਖ ਧਰਮ ਦੇ ਵਿੱਚ ਤੇ ਇਹ ਗੱਲ ਆ, ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਧਰਮ ਕੋਈ ਵੀ ਹੋਵੇ, ਧਰਮ ਸਾਰੇ ਇੱਕ ਰਸਤੇ ਆ, ਤੇ ਇਹ ਰੱਬ ਦੇ ਘਰ ਨੂੰ ਜਾਣ ਦਾ ਰਾਹ ਦਰਸਾਉਂਦੇ ਆ। ਹੈ ਇੱਥੇ ਹੁਣ ਕਿਸੇ ਨੇ ਧਰਮ ਨੂੰ ਲਿਬਾਸ ਦਾ ਨਾਂ ਦੇ ਦਿੱਤਾ, ਕੋਈ ਕਹਿੰਦੇ ਚਿੱਟੇ ਕੱਪੜਿਆਂ 'ਚ ਰੱਬ ਆ, ਕੋਈ ਕਹਿੰਦਾ ਨਹੀਂ ਭਗਵਿਆਂ 'ਚ ਰੱਬ ਆ। ਨਹੀਂ, ਇਹ ਗੱਲਾਂ ਸਾਰੀਆਂ ਜਿਹੜੀਆਂ ਬੇਫਜ਼ੂਲ ਨੇ। ਹਾਂ, ਜਿਹੜਾ ਬੰਦਾ ਗਲਤੀ ਕਰਦਾ ਉਹਨੂੰ ਕਾਨੂੰਨ ਵੀ ਸਜ਼ਾ ਦਿੰਦਾ, ਤੇ ਜੇ ਤੁਰੰਤ ਕੋਈ ਕਾਨੂੰਨ ਦੇ ਨਹੀਂ, ਕੋਈ ਕਾਨੂੰਨ ਨੂੰ ਨਹੀਂ ਮੰਨਦਾ। ਮੈਂ ਅੱਜ ਹੀ ਇੱਕ ਦੇਖ ਰਿਹਾ ਸੀਗਾ ਚੈਨਲ ਤੇ ਚੱਲਦੀ, ਕਿਤੇ ਮਾਰ ਕੇ ਨੌਜਵਾਨ ਕੁੜੀ ਤੇ ਮੁੰਡਾ ਪਿੰਡ ਦੇ ਵਿੱਚ ਸਿੱਟ ਦਿੱਤੇ ਗਏ। ਇੱਧਰ ਮੇਰਾ ਖਿਆਲ ਬਠਿੰਡੇ ਵੱਲ ਦੀ ਖਬਰ ਚੱਲ ਰਹੀ ਸੀ YouTube ਤੇ। ਮਤਲਬ ਇਹਦਾ ਮਤਲਬ ਕਿਸੇ ਦੀ ਅਣਖ ਜਾਗੀ। ਜੇ ਹੁਣ ਬੱਚੀ ਨੂੰ 9 ਮਹੀਨੇ ਮਾਂ ਨੇ ਕੁੱਖ 'ਚ ਰੱਖਿਆ, 9 ਮਹੀਨੇ ਪਹਿਲਾਂ ਮਾਂ ਨੇ ਕੁੱਖ 'ਚ ਰੱਖਿਆ, ਫਿਰ ਪ੍ਰਾਇਮਰੀ ਤੋਂ ਲੈ ਕੇ ਉਹਨੂੰ ਕਾਲਜ ਆਈਲਟਸ ਕਰਾਉਣ ਤੱਕ ਮਾਪਿਆਂ ਨੇ ਪੜ੍ਹਾਇਆ। ਬੱਚੀ ਨੂੰ ਨਹੀਂ ਪਤਾ ਮੇਰੇ ਮਾਪੇ ਪੈਸੇ ਕਿੱਥੋਂ ਲਿਆ ਰਹੇ, ਕਿੱਦਾਂ ਪੜ੍ਹਾ ਰਿਹਾ ਮੈਨੂੰ। ਤੇ ਜੇ ਉਹ ਬਾਲਗ ਹੋ ਕੇ ਬਿਨਾਂ ਦੱਸੇ ਪੁੱਛੇ ਘਰਦਿਆਂ ਤੋਂ ਲਿਆ ਕੇ ਪੇਪਰ ਮੂਹਰੇ ਕਰਦੀ, ਮੈਂ ਹਾਈ ਕੋਰਟ ਤੋਂ ਕੋਰਟ ਮੈਰਿਜ ਕਰਾ ਲਈ ਆ, ਮੇਰਾ ਖਿਆਲ ਪੰਜਾਬ ਦਾ ਜੇ ਕੋਈ ਜੰਮਿਆ ਅਣਖ ਗੈਰਤ ਦਾ ਜਿੰਦਾ ਹੋਊ ਮਾਰ ਦੂਗਾ। ਉਹਨੂੰ ਤੁਸੀਂ 302 ਕਹਿ ਲਓ, ਉਹਨੂੰ ਤੁਸੀਂ 307 ਕਹਿ ਲਓ, ਕੁਛ ਵੀ ਕਹਿ ਲਓ, ਅਣਖ ਨਾਲ ਦੀ ਚੀਜ਼ ਆ। ਕਈਆਂ 'ਚ ਜਿੰਦਾ, ਕਈਆਂ 'ਚ ਨਹੀਂ। ਬਿਲਕੁਲ, ਪਿੱਛੇ ਗੱਲਾਂ 'ਚੋਂ ਗੱਲ ਚੱਲ ਪਈ। ਹੁਣ ਜਿਹੜੀ ਤੁਸੀਂ ਗੱਲ ਕੀਤੀ, ਇਹੋ ਜਿਹੀ ਗੱਲ ਪਿੱਛੇ ਜੇ ਇੱਕ ਗਾਣਾ ਆਇਆ ਸੀਗਾ, ਸਿਮਰਨ ਕੌਰ ਢਾਂਡਲੀ ਕਰਕੇ ਸਮਥਿੰਗ ਉਹਨਾਂ ਦਾ ਨਾਂ ਆ, ਮੈਂ ਕਲੀਅਰ ਨਹੀਂਗਾ ਨਾਂ, ਉਹਦੇ ਲਈ ਮਾਫੀ ਚਾਹੁੰਦਾ। ਉਹਨਾਂ ਦਾ ਗਾਣਾ ਆਇਆ ਸੀ ਇਸੇ ਚੀਜ਼ ਨੂੰ ਲੈ ਕੇ ਜੀ, ਵੀ ਉਹਨਾਂ ਨੇ ਇਸ ਚੀਜ਼ ਤੇ ਜਿਹੜੀਆਂ ਅੱਜ ਕੱਲ ਰੀਲਾਂ ਤੇ ਨੰਗੇਜ ਚੱਲ ਰਿਹਾ, ਉਸ ਚੀਜ਼ ਦੇ ਉੱਤੇ ਉਹ ਬੋਲੀ। ਤਾਂ ਬਹੁਤ ਸਾਰੀਆਂ ਕੁੜੀਆਂ ਨੇ ਉਹਨੂੰ ਰੂੜੀਵਾਦੀ ਸੋਚ ਕਿਹਾ ਵੀ ਇਹਦੀ ਰੂੜੀਵਾਦੀ ਸੋਚ ਆ, ਅਸੀਂ ਖੁੱਲ੍ਹ ਕੇ ਜੀਣਾ। ਕੀ
ਘੱਟ ਕੱਪੜੇ ਪਾ ਕੇ ਕੀ ਆਪਣਾ ਜਿਸਮ ਦਿਖਾ ਕੇ ਜੀਣਾ ਹੀ ਇੱਕ ਨਹੀਂ ਤੁਸੀਂ ਇਹ ਦੱਸ ਦੇਣ ਕੁੜੀਆਂ ਇਹਨਾਂ ਨਾਲ ਉਪਲਬਧੀ ਕੀ ਹਾਸਲ ਕਰ ਲਈ ਜਾਂ ਤਾਂ ਨਾਸਾ 'ਚ ਪਹੁੰਚ ਗਈਆਂ ਹੁਣ ਨਾ ਅਸੀਂ ਵੀ ਮਾਣ ਕਰੀਏ ਵੀ ਹਾਂ ਬਈ ਕੁੜੀਆਂ ਨੇ ਇੱਥੋਂ ਜਾ ਕੇ ਜੇਕਰ ਤੁਹਾਡਾ ਐਂਡ ਤੁਹਾਡਾ ਇੱਥੋਂ ਤੱਕ ਹੀ ਇੰਸਟਾ ਫੇਸਬੁੱਕ ਹੀ ਤੁਹਾਡਾ ਐਂਡ ਆ ਹਨਾ ਤੁਸੀਂ ਤੁਹਾਨੂੰ ਲੱਗਦਾ ਇਹੀ ਦੁਨੀਆ ਆ ਤਾਂ ਇਹਨਾਂ ਨੂੰ ਕਿੰਨੇ % ਕਿੰਨੀ ਸੋਚ ਆ ਵੀ ਸਾਡੇ ਧਰਮ ਬਾਰੇ ਪਤਾ ਹੋਵੇ ਨਾ ਬਿਲਕੁਲ ਇਸ ਬਾਰੇ ਸੋਚ ਹੀ ਇੱਥੋਂ ਤੱਕ ਸੋਚ ਹੀ ਨਹੀਂ ਹੈਗੀ ਇਹਨਾਂ ਨੂੰ ਇਹ ਮੰਨ ਲਓ ਉਹ ਅੱਜ ਕੱਲ ਤਾਂ ਹੀ ਚੱਲਦੇ ਆ ਬਾਬੇ ਇੰਟਰਨੈਟ ਵਾਲੇ ਹਨਾ ਕਿਉਂਕਿ ਇਹਨਾਂ ਨੂੰ ਪ੍ਰਚਾਰ ਵੀ ਉਦੋਂ ਦਾ ਚਾਹੀਦਾ ਹਨਾ ਕਿਉਂਕਿ ਚਾਹੀਦਾ ਇਹਨਾਂ ਨੂੰ ਸਾਡੇ ਉਹ ਚੀਜ਼ ਨੂੰ ਪੁਰਾਣੀ ਸੋਚ ਦੱਸਦੇ 84 ਨੂੰ ਭੁੱਲ ਜਾਓ ਸਾਡੇ ਪੰਜਾਬੀ ਕਹਿੰਦੇ ਆ ਕਿਉਂ ਭੁੱਲ ਜੀਏ ਅਸੀਂ ਹੰਡਾਈ ਨਹੀਂ ਹੈਗੀ ਮੈਂ ਮੰਨ ਲਓ ਕਹਿ ਸਕਦਾ ਆਪਾਂ ਦੇਖੀ ਨਹੀਂ ਆਪਾਂ ਤਾਂ ਪੜ੍ਹੀ ਆ ਹਨਾ ਆਪਣੇ ਤਾਂ ਜਨਮ ਵੀ ਉਦੋਂ ਬਾਅਦ ਦੇ ਪਰ ਪੜ੍ਹ ਕੇ ਆਉਂਦਾ ਵੀ ਇਦਾਂ ਦਾ ਸਾਡੀ ਰੂਹ ਕੰਬਦੀ ਆ ਹਨਾ ਇੱਕ ਫਿਰੋਜ਼ਪੁਰ ਜ਼ਿਲ੍ਹੇ ਦੀ ਅਕਾਲ ਚੈਨਲ ਤੇ ਇੰਟਰਵਿਊ ਹੋਣੀ ਆ ਕਿਸੇ ਦਾ ਟਾਈਮ ਹੋਇਆ ਤਾਂ ਸ਼ਾਇਦ ਸੁਣ ਲਿਓ ਹਨਾ 2 ਮਹੀਨੇ ਪਹਿਲਾਂ ਦੀ ਹੋਊਗੀ ਇੱਕ ਮੰਨ ਲਓ ਔਰਤ ਸੀ ਇਸ ਟਾਈਮ ਤਾਂ ਉਦੋਂ ਕਹਿੰਦੀ ਸੀ ਮੈਂ 17 ਸਾਲ ਦੀ ਸੀ ਠੀਕ ਆ ਉਹ ਕਹਿੰਦੀ ਸਾਡਾ ਜਿੱਦਾਂ ਡੇਰੇ ਸੀ ਫਿਰੋਜ਼ਪੁਰ ਆਮ ਹੀ ਆ ਵੀ ਡੇਰਿਆਂ ਤੇ ਲੋਕ ਰਹਿੰਦੇ ਆ ਨਾ ਉਹ ਕਹਿੰਦੇ ਸਾਡੇ ਡੇਰੇ ਤੇ ਸੀ ਖਾੜਕੂ ਸਿੰਘ ਘਰ ਆ ਗਏ ਇੱਕ ਤਾਇਆ ਜੀ ਦਾ ਡੇਰਾ ਸੀ ਕਹਿੰਦੀ ਨਾਲ ਹੀ ਸਾਡਾ ਸੀ ਹਨਾ ਸਾਰੇ ਘਰ ਸੀ ਤੇ ਉਹ ਖਾੜਕੂ ਸਿੰਘ ਤਾਇਆ ਜੀ ਦੇ ਮਤਲਬ ਉਸ ਟਾਈਮ ਦੇ ਲਿੰਕ ਸੀਗੇ ਨਾ ਕੋਈ ਪਾਪ ਵੀ ਨਹੀਂ ਕੀਤਾ ਉਹਨਾਂ ਨੇ ਨਾ ਮਤਲਬ ਤੇ ਉਹਨਾਂ ਦੇ ਘਰ ਆਏ ਤਾਂ ਉਹ ਕਹਿੰਦੀ ਸਾਡਾ ਨਾਲ ਘਰ ਸੀ ਉਹ ਮੇਰੇ ਛੋਟੇ ਭਰਾ ਸੀ 2 ਤੇ ਕਹਿੰਦੀ ਉਹ ਮੰਨ ਲਓ ਪੁਲਿਸ ਨੂੰ ਕਿਸੇ ਨੇ ਇਤਲਾਹ ਕਰਤੀ ਪਿੰਡੋਂ ਉਹ ਕਹਿੰਦੀ ਉਹ ਔਰਤ ਤੇ ਉਹਦਾ ਡੈਡੀ ਉਹ ਕਹਿੰਦੀ ਅਸੀਂ ਗਏ ਹੋਏ ਸੀ ਗੁਰਦੁਆਰਾ ਸਾਹਿਬ ਕਿਤੇ ਮੱਥਾ ਟੇਕਣ ਬਾਹਰ ਪਿੰਡ ਤੋਂ ਜੀ ਅਸੀਂ ਕਹਿੰਦੀ ਜਦੋਂ ਆਏ ਤਾਂ ਪੁਲਿਸ ਆਈ ਹੋਈ ਸੀ ਵੀ ਤੁਹਾਨੂੰ ਪਤਾ ਲੱਗ ਗਿਆ ਅਸੀਂ ਮੈਂ ਤੇ ਡੈਡੀ ਕਮਾਦ 'ਚ ਲੁਕ ਗਏ ਤੇ ਉਹ ਜਦੋਂ ਘਰ 'ਚ ਐਂਟਰ ਹੋਣ ਲੱਗੇ ਪੁਲਿਸ ਵਾਲੇ ਉਹ ਅੱਗੇ ਖਾੜਕੂਆਂ ਨੇ ਵੀ ਗੋਲੀ ਚਲਾਤੀ ਉਹ 2 ਉੱਥੇ ਪੁਲਿਸ ਵਾਲੇ ਮਰ ਗਏ ਖਾੜਕੂ ਸਿੰਘ ਉਦੋਂ ਹੀ ਭੱਜ ਗਏ ਇੱਕ ਜਾ ਕੇ ਗਾਂ ਮੁਕਾਬਲਾ ਹੋਇਆ ਜਿੱਥੋਂ ਉਹਦੇ ਕਹਿਣ ਤੇ ਸੀ ਵੀ ਉਹਨੇ ਸਾਇਲੈਂਟ ਖਾ ਲਿਆ ਉਹ ਉੱਥੇ ਮੰਨ ਲਓ ਇੱਕ ਖਾੜਕੂ ਸਿੰਘ ਖਤਮ ਹੋ ਗਿਆ 3 ਭੱਜ ਗਏ 4 ਸੀਗੇ ਉਦੋਂ ਬਾਅਦ 'ਚ ਉਹ ਕਹਿੰਦੀ ਪੂਰੀ ਰਾਤ ਉੱਥੇ CRF ਜਿੰਨੀਆਂ ਮੰਨ ਲਓ ਪੁਲਿਸ ਦੀਆਂ ਬੇਗਿਣਤ ਗੱਡੀਆਂ ਆਈਆਂ ਘਰ 'ਚ ਮੰਨ ਲਓ ਵੀ ਨਾ ਜਿੰਨੇ ਵੀ ਘਰ 'ਚ ਜੀ ਸੀ ਉਹ ਕਹਿੰਦੀ ਜਦੋਂ ਦੂਸਰੇ ਦਿਨ ਗਏ ਉਹ ਸਾਰਿਆਂ ਨੂੰ ਮਾਰ ਦਿੱਤਾ ਗਿਆ ਇੱਕ 17 ਸਾਲ ਦਾ ਭਰਾ ਇੱਕ 21 ਸਾਲ ਦਾ 7 ਜੀ ਰਾਤ ਸ਼ਹੀਦ ਕੀਤੇ ਉਹਦੇ ਮਾਂ-ਬਾਪ ਉਹ ਬਚੀ ਇੱਕ ਤੇ ਉਹਦਾ ਪੇ ਇੱਕ ਉਹਦੇ ਤਾਏ ਦੇ ਪੋਤਾ ਪੋਤੀ ਬਚੇ ਇੱਕ ਦੇ ਗੋਲੀ ਲੱਗੀ ਪੋਤੇ ਦੇ ਕਹਿੰਦੀ ਹੁਣ ਅਮਰੀਕਾ 'ਚ ਆਓ ਵੀ ਉਹ ਬਚ ਗਿਆ ਤੇ ਉਹਨਾਂ ਦੇ ਉਹ ਕਹਿੰਦੀ ਮਾਸ ਜਿਹੜੇ ਭਰਾਵਾਂ ਦੇ ਨਾ ਕੱਦੂਕਸ਼ 'ਚ ਮਾਸ ਫਸੇ ਹੋਏ ਸੀ ਉਹਨਾਂ ਦੇ ਮੂੰਹ ਛਿੱਲੇ ਹੋਏ ਸੀ ਤੇ ਲੋਕ ਚੁੱਲ੍ਹੇ ਤੇ ਗਰਮ ਕੀਤਾ ਹੋਇਆ ਸੀ ਜਿਹੜਾ ਉਹਨਾਂ ਦੇ ਜ਼ਖਮਾਂ ਤੇ ਪਾਉਂਦੇ ਰਹੇ ਹੋਣਗੇ ਵੀ ਮੰਨ ਲਓ ਵੀ ਕੁਝ ਚੀਜ਼ਾਂ ਕੈਮਰੇ ਤੇ ਦੱਸਣ ਵਾਲੀਆਂ ਨਹੀਂ ਹੁੰਦੀਆਂ ਹਨਾ ਤੇ ਉਹਦੇ ਲਈ ਤਾਂ ਆਪਾਂ ਸੋਚ ਸਕਦੇ ਵੀ ਕਿੰਨੀਆਂ ਔਖੀਆਂ ਹੋਣਗੀਆਂ ਉਹਨਾਂ ਨੇ ਕਿੱਦਾਂ ਦਾ ਸਮਾਂ ਉਹਨਾਂ ਨੇ ਹੰਢਾਇਆ ਤੇ ਉਹ ਕਹਿੰਦੀ ਪੂਰਾ ਜਿਸਮ ਛਿੱਲਿਆ ਹੋਇਆ ਸੀ ਕੱਦੂਕਸ਼ਾਂ ਨਾਲ ਤੇ ਉੱਤੇ ਲੁੱਕ ਪਾਇਆ ਹੋਇਆ ਸੀ ਗਰਮ ਹੁਣ ਇਹ ਚੀਜ਼ਾਂ ਦਾ ਦਰਦ ਜਿਹਨਾਂ ਨੇ ਉਹ ਹੰਢਾਇਆ ਹੋਇਆ ਆ ਹਨਾ ਉਹ ਚੀਜ਼ਾਂ ਹੰਢਾਈਆਂ ਹੋਈਆਂ ਤੁਸੀਂ ਉਹਨਾਂ ਦੇ ਮੁਕਾਬਲਾ ਤੁਸੀਂ ਸੋਚੋਗੇ ਅੱਜ ਵੀ ਆ ਫੇਸਬੁੱਕ ਇੱਕ ਨਸ਼ਈ ਬੰਦਾ ਮਾਰ ਦਿੱਤਾ ਬੇਅਦਬੀ ਕਰਨ ਵਾਲਾ ਤੇ ਤੁਸੀਂ ਕਹਿੰਦੇ ਬਹੁਤ ਮਾੜਾ ਹੋਇਆ ਨਹੀਂ ਉਹ ਅਤਿਆਚਾਰ ਗਿਣਦੇ ਹੋ ਤੁਸੀਂ ਉਹ ਮਾਰਤਾ ਇਦਾਂ ਦੀ ਕਬਰ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਸੀ ਅੱਧ ਸੜੀ ਜਸਵੰਤ ਸਿੰਘ ਖਾਲੜਾ ਦਾ ਤੁਸੀਂ ਪੜ੍ਹੋ ਅੱਧ ਸੜੀ 25000 ਲਾਸ਼ ਪੰਜਾਬ ਦੀ ਅੱਧ ਸੜੀ ਜਿਹੜੀ ਗਿਣਤੀ 'ਚ ਆ ਗਈ 25000 ਕੀ ਗੱਲ ਉਹ 25000 ਕੋਈ ਬੰਦਾ ਇਸ ਤਰ੍ਹਾਂ ਦਾ ਤਾਂ ਨਹੀਂ ਹੋ ਸਕਦਾ ਵੀ 25000 ਬੰਦਾ ਹੋਵੇ ਉਹਨਾਂ ਕੋਲ ਹਥਿਆਰਬੰਦ ਸਮਾਨ ਹੋਵੇ ਤਾਂ ਉਹ ਇਦਾਂ ਕਰਦੇ ਹੁਣ ਨਹੀਂ ਉਹਨਾਂ ਨੇ ਬੋਲੇ 12 14 14 ਸਾਲਾਂ ਦੇ ਵੀ ਮਾਰ ਦਿੱਤੇ ਗਿਣਤੀ ਕਰ ਦਿੱਤੀ ਗਈ ਪੰਜਾਬ ਖਾਲੀ ਕਰ ਦਿਓ ਹੋਇਆ ਬਹੁਤ ਕਈ ਸਾਲ ਜੰਜਾਂ ਨਹੀਂ ਚੜੀਆਂ ਪੰਜਾਬ ਦੇ ਵਿੱਚੋਂ ਕਈ ਇਦਾਂ ਦੇ ਜ਼ਿਲ੍ਹੇ ਵੀ ਸੀ ਪਰ ਇਹ ਜਿਹੜਾ ਮੁੱਦਾ ਇਹਨੂੰ ਕਿਸਾਨੀ ਮੁੱਦਾ ਨਹੀਂ ਲੈਣਾ ਚਾਹੀਦਾ ਇਹਨੂੰ ਕਿਸਾਨੀ ਮੁੱਦਾ ਨਹੀਂ ਲੈਣਾ ਚਾਹੀਦਾ ਇਹ ਤਾਂ ਇੱਕ ਚਲੋ ਮੰਨ ਲਿਆ ਨਿਹੰਗ ਸਿੰਘ ਜਥੇਬੰਦੀਆਂ ਜਾਂ ਲਾ ਲਓ ਜਿਹੜਾ ਜੋ ਪਿੱਛੇ ਚੱਲ ਰਿਹਾ ਵਾ ਜੋ ਪਿੱਛੇ ਚੱਲ ਰਿਹਾ ਸੀਗਾ ਵੀ ਲਾ ਲਓ ਪਿੱਛੇ 84 ਤੋਂ ਲੈ ਕੇ 1947 'ਚ ਹੀ ਲਾ ਲਓ 10 ਲੱਖ ਸਿੱਖ ਮਰਿਆ ਪੰਜਾਬ ਦਾ ਮੰਨ ਲਾ ਜੀ ਸਿੱਖ ਕਹੀਏ ਮੁਸਲਮਾਨ ਕਹੀਏ ਈਸਾਈ ਕਹੀਏ ਹੋਰ ਗੱਲ ਆ ਇਨਸਾਨਤ ਮਰੇ ਆ ਨਾ ਦੁੱਧਾਂ ਦੇ ਵਿੱਚ ਉੱਦਾਂ ਹੀ ਮਧਾਣੀਆਂ ਪਈਆਂ ਰਹਿ ਗਈਆਂ ਲੋਕਾਂ ਦਾ ਸਾਰਾ ਕੁਝ ਰਹਿ ਗਿਆ ਕੋਈ ਪਾਕਿਸਤਾਨ ਚਲੇ ਗਿਆ ਕੋਈ ਪਾਕਿਸਤਾਨ ਨੂੰ ਇੱਧਰ ਆ ਗਿਆ 47 'ਚ ਉਹ ਵੀ ਇੱਕ ਪਲੈਨਿੰਗ ਨਾ ਹੋਇਆ ਪਲੈਨਿੰਗ ਦੇ ਨਾਲ ਕਿਉਂਕਿ ਦੇਖੋ ਉਹ 47 'ਚ ਇਹ ਡ੍ਰੌਪ ਕੀਤੇ ਗਏ ਪਰਚੇ 13 ਤੇ 14 ਤਰੀਕ ਨੂੰ ਪਰਚੇ ਅੰਮ੍ਰਿਤਸਰ ਤੋਂ ਲੈ ਕੇ ਲਾਹੌਰ ਵਾਲੀ ਪੂਰੀ ਬੈੱਡ ਤੇ ਉਹ ਪਰਚੇ ਖਿਲਾਰੇ ਗਏ ਲੋਕਾਂ ਨੂੰ ਭੜਕਾਊ ਭਾਸ਼ਣ ਦੇ ਕਿਉਂਕਿ ਕਤਲੇਆਮ ਹੋਵੇ ਵੰਡ ਤਾਂ ਭਰਾਵਾਂ 'ਚ ਵੀ ਹੁੰਦੀ ਆ ਵੀ ਇੱਧਰ ਆਪਣੇ ਇੱਕ ਹੋ ਗਈ ਉਹ ਤਾਂ ਹੋ ਗਈ ਤਕਸੀਮ ਵੀ ਇੱਥੋਂ ਤੱਕ ਪਾਕਿਸਤਾਨ ਹੋ ਗਿਆ ਇੱਥੋਂ ਤੱਕ ਇੰਡੀਆ ਬਿਲਕੁਲ ਹਨਾ ਉਹ ਉਦੋਂ ਬਾਅਦ 'ਚ ਉਹ ਭੜਕਾਊ ਪਰਚੇ ਵੰਡੇ ਗਏ ਔਨ ਰਿਕਾਰਡ ਆ NDTV ਤੇ ਹਜੇ ਵੀ ਰਵੀਸ਼ ਕੁਮਾਰ ਦੀ
ਹਨਾ ਇੱਕ ਪ੍ਰੋਗਰਾਮ ਸੀ ਪ੍ਰਾਈਮ ਟਾਈਮ, ਉਹਦੇ ਵਿੱਚ ਇੱਕ ਮੈਂ ਸੁਣਿਆ ਸੀ ਕਾਫੀ 2 ਸਾਲ ਪਹਿਲਾਂ ਹਨਾ, ਉਹ ਪੂਰੀ ਬੈਲਟ 'ਚ ਸਿੱਟੇ ਗਏ। ਕਿਉਂ? ਇਦਾਂ ਹੀ ਉਹਦੇ ਲਈ ਪਾਕਿਸਤਾਨ ਵਾਲੀ ਸਾਈਡ ਤੇ ਵੀ ਕੀਤਾ ਗਿਆ। ਕਿਉਂ? ਹਾਂ, ਕਿਉਂਕਿ ਮਰਨ ਘਟਣ ਇਹ ਕੋਈ ਤਰੀਕਾ ਪੰਜਾਬੀ ਘਟਾਉਣ ਦਾ, ਇਹ ਸਿੱਖਾਂ ਨੂੰ ਘਟਾਉਣ ਦਾ ਪਹਿਲਾਂ ਯਤਨ ਥੋੜੀ ਆ। ਮੈਂ ਉਦੋਂ ਪ੍ਰਾਇਮਰੀ 'ਚ ਪੜ੍ਹਨ ਜਾਂਦਾ ਹੁੰਦਾ ਸੀ ਤਾਂ ਅਸੀਂ ਕਹਿਣਾ ਵੀ ਇਹ ਕੀ ਲਿਖਿਆ ਹੋਊਗਾ ਕੰਧਾਂ ਤੇ, 2 ਹੀ ਕਾਫੀ ਹੋਰ ਤੋਂ ਮਾਫੀ। ਇਹ ਜਿਹੜਾ ਸਾਰਾ ਦਾਰੋਮਦਾਰ ਪੰਜਾਬ ਦੀ ਆਬਾਦੀ ਤੇ ਫੋਕਸ ਕੀਤਾ ਗਿਆ, ਇਹ ਵੀ ਪਿੱਛੇ ਬਹੁਤ ਵੱਡੀ ਇਹਦੀ ਚਾਲ ਸੀ। ਬਿਲਕੁਲ ਪੰਜਾਬ ਦੇ ਲੋਕ, ਇਹਨਾਂ ਦੀ ਗਿਣਤੀ ਘਟ ਜਾਏ, ਇਹ ਪੰਜਾਬ ਦੇ ਲੋਕ ਹੀ ਵਿੱਚ ਬੈਠੇ ਆ ਤੇ ਕਰਕੇ ਬਚਾਇਆ। ਅਦਰਵਾਈਜ਼ ਜੇ ਪਾਕਿਸਤਾਨ, ਉਧਰ ਚੀਨ ਜਾਂ ਹੋਰ ਲੋਕ ਵੀ ਇਹ ਹਿੰਦੁਸਤਾਨ ਨੂੰ ਚੈਲੰਜ ਕਰਦੇ ਆ ਜੀ, ਤੇ ਮੇਰਾ ਖਿਆਲ ਸਭ ਤੋਂ ਵੱਧ ਲਾਸ਼ਾਂ ਫੌਜੀਆਂ ਦੀਆਂ ਪੰਜਾਬ ਦੀਆਂ ਆਉਂਦੀਆਂ। ਬਿਲਕੁਲ ਬਿਲਕੁਲ। ਚਾਹੇ ਉਹ ਸਿੱਕਮ ਵਿੱਚ ਬੋਡੋ ਅੱਤਵਾਦੀ ਲੜ ਰਹੇ ਆ, ਚਾਹੇ ਜੰਮੂ ਕਸ਼ਮੀਰ 'ਚ ਲੜਾਈ ਚੱਲਦੀ ਆ, ਚਾਹੇ ਕਿਤੇ ਵੀ ਇੱਧਰ ਮਾਇਓਵਾਦੀ ਚੱਲਦੇ ਆ। ਪਿਛਲੇ ਦਿਨੀ 5 ਸ਼ਹੀਦ ਹੋਏ ਆ ਬਾਰਡਰ ਤੇ, ਵਿੱਚੋਂ 4 ਸਿੱਖ ਸੀਗੇ। ਸਿੱਖ ਸੀ। ਇਹ ਇੱਕ ਬਹੁਤ ਵੱਡੀ ਸਾਜ਼ਿਸ਼ ਦੇ ਅਧੀਨ, ਤੇ ਜਿੱਦਣ 84 'ਚ ਅਟੈਕ ਦਰਬਾਰ ਸਾਹਿਬ ਤੇ ਕੀਤਾ ਤੇ ਸਿੱਖ ਫੌਜੀਆਂ ਨੇ ਨਾ ਕਰ ਦਿੱਤੀ। ਉਹ ਕਹਿੰਦੇ ਅਸੀਂ ਆਪਣੇ ਧਾਰਮਿਕ ਸਥਾਨ ਤੇ ਅਟੈਕ ਨਹੀਂ ਕਰ ਸਕਦੇ। ਉਹਨਾਂ ਨੂੰ ਪਤਾ ਨਹੀਂ ਫੌਜ 'ਚੋਂ ਨੌਕਰੀਆਂ ਤੋਂ ਭਜਾਤਾ, ਕੀ ਹੋਇਆ ਕੀ ਨਹੀਂ। ਇੱਥੇ ਉਹ ਲੋਕ ਲਿਆਂਦੇ ਗਏ ਜਿਹੜੇ ਬੀੜੀਆਂ ਪੀ ਪੀ ਕੇ ਦਰਬਾਰ ਸਾਹਿਬ ਦੇ ਵਿੱਚ ਸਰੋਵਰ 'ਚ ਸਿੱਟਦੇ ਰਹੇ। ਕੀ ਉਹ ਬੇਅਦਬੀ ਨਹੀਂ? ਕੀ ਉਹ ਧੱਕੇਸ਼ਾਹੀ ਨਹੀਂ? ਅੱਜ ਜੇ ਇੱਕ ਨਸ਼ੇੜੀ ਬੰਦਾ ਪੈਸੇ ਲੈ ਕੇ ਉੱਥੇ ਬੇਅਦਬੀ ਕਰਨ ਗਿਆ, ਮਾਰ ਦਿੱਤਾ ਗਿਆ, ਇਹਨੂੰ ਇਸ਼ੂ ਬਣਾਤਾ? ਨਹੀਂ, ਇਦਾਂ ਨਹੀਂ ਹੋਣੀ ਚਾਹੀਦੀ। ਸੋ ਇਹ ਸਾਰੀਆਂ ਗੱਲਾਂ ਨੇ ਆਮ ਸੱਥਾਂ ਦੀਆਂ, ਆਮ ਮੁੱਖਾਂ ਤੇ ਬਹਿ ਕੇ ਗੱਲਾਂ ਅਸੀਂ ਕਰਦੇ ਹਾਂ, ਆਮ ਪਰਿਵਾਰਾਂ 'ਚ ਬਹਿ ਕੇ ਗੱਲਾਂ ਕਰਦੇ ਹਾਂ। ਇਹ ਸਾਡੇ ਪੰਜਾਬ ਦਾ, ਸਾਡਾ ਸਾਰਿਆਂ ਦਾ ਦਰਦ ਆ ਇਹ, ਔਰ ਇਸ ਦਰਦ ਨੂੰ ਸਮਝਣ ਦੀ ਲੋੜ ਆ। ਔਰ ਜਿਹੜੇ ਲੋਕ ਅੱਜ ਵੀ ਇਹ ਕਹੀ ਜਾਂਦੇ ਵੀ ਉੱਥੇ ਗਲਤ ਹੋ ਰਿਹਾ, ਉਹ ਇੰਨੇ ਲੰਬੇ ਸਮੇਂ ਤੋਂ ਕਿਉਂ ਬੈਠੇ ਆ, ਜਾਂ ਕਿਸਾਨਾਂ ਨੂੰ ਮਾੜਾ ਕਹੀ ਜਾਂਦੇ ਆ, ਜਾਂ ਇਹ ਕਹੀ ਜਾਂਦੇ ਆ ਕਿ ਕਿਸਾਨਾਂ ਵਾਲੇ ਮੁੱਦੇ ਦਾ ਬਈ ਕੀ ਬਣਿਆ, ਉਹ ਕੀ ਗੱਲਬਾਤ ਹੋਈ, ਉਹ ਤੁਹਾਡੇ ਪ੍ਰੋਗਰਾਮ ਦੀ ਉੱਥੇ ਕੋ ਹੋਇਆ, ਨਿਬੜਿਆ ਕਹੋ, ਮੁਸ਼ਕਲ ਹੀ ਬੰਨਣਗੇ। ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰੂੰਗਾ, ਭਾਈ ਆਪਣੇ ਪੀੜ੍ਹੀਆਂ ਥੱਲੇ ਸੋਟਾ ਮਾਰੋ, ਤੁਸੀਂ ਵੀ ਉਹਨਾਂ ਹੀ ਸੜਨਾ। ਇਸ ਅੱਗ ਦੇ ਵਿੱਚ ਅੱਗ ਲੱਗੀ ਹੋਈ ਹੈ, ਜੰਗਲ ਨੂੰ ਆ ਰਹੀ ਹੈ ਵੱਧਦੀ, ਮੋਹਰੇ ਹੋ ਕੇ ਅਸੀਂ ਬੁਝਾ ਲਾਂਗੇ ਤਾਂ ਸ਼ਾਇਦ ਸਾਡਾ ਭਲਾ ਹੋ ਜਾਊਗਾ। ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਬੱਚੇ ਵੀ ਉਸੇ ਅੱਗ ਦੇ ਵਿੱਚ ਭੁੱਜਣਗੇ। ਸੋ ਜਾਂਦੇ ਜਾਂਦੇ ਦੋਨੋਂ ਵੀਰ ਚਗਾਰਾ ਭਾਜੀ ਤੇ ਜਗਤਾਰ ਸਿੰਘ ਜੱਗਾ, ਕੀ ਕਹਿਣਾ ਚਾਹੋਗੇ ਜਿਹੜੇ ਸਾਨੂੰ ਦੇਖ ਰਹੇ ਉਹਨਾਂ ਨੂੰ? ਅਸੀਂ ਤੇ ਜਿਹੜੇ ਵੀ ਇਹ ਦਰਸ਼ਕ ਲਾ ਲਓ ਜਾਂ ਜਿਹੜੇ ਵੀ ਸਾਡੇ ਵੀਰ ਭਰਾ ਇਹ ਗੱਲਾਂ ਸੁਣ ਰਹੇ ਆ, ਅਸੀਂ ਤਾਂ ਉਹਨਾਂ ਨੂੰ ਕਹਿੰਦੇ ਵੀ ਇਹਨਾਂ ਗੱਲਾਂ ਨੂੰ ਸੁਣ ਕੇ ਗੌਰ ਕਰੋ। ਸਾਡੀ ਇੱਕ ਜ਼ਿੰਮੇਵਾਰੀ ਬਣਦੀ ਆ। ਜੇ ਦਿੱਲੀ ਵਿੱਚ ਬੈਠੇ, ਉਹ ਵੀ ਜ਼ਿੰਮੇਵਾਰੀ ਬਾਰਡਰਾਂ ਤੇ ਬੈਠੇ ਆ। ਉਹਨਾਂ ਨੇ ਸਿਆਲ ਵੀ ਕੱਟਿਆ, ਮੀਂਹ ਵੀ ਕੱਟਿਆ, ਗਰਮੀ ਵੀ ਕੱਟੀ, ਉਹ ਉੱਥੇ ਬੈਠੇ ਆ। ਉਹਨਾਂ ਦਾ ਇਕੱਲਿਆਂ ਦਾ ਮਸਲਾ ਨਹੀਂ। ਤੇ ਜੇ ਇਹ ਹੈਪਨ ਹੋਇਆ ਵਾ, ਜਿਹੜਾ ਨਿਹੰਗ ਸਿੰਘ ਨੂੰ ਉੱਥੇ ਬਾਣੇ ਦੇ ਵਿੱਚ ਨਿਹੰਗ ਸਿੰਘ ਬਣ ਕੇ ਆਏ ਨੂੰ ਸੋਧਾ ਲਾ ਦਿੱਤਾ ਗਿਆ, ਮਾਰ ਦਿੱਤਾ ਗਿਆ, ਠੀਕ ਆ, ਇੰਡੀਅਨ ਕਾਨੂੰਨ ਮੁਤਾਬਕ ਇਹ ਗੱਲ ਹੋ ਸਕਦਾ ਗਲਤ ਹੋਵੇ। ਜੇ ਉਹ ਗਲਤ ਸੀ, ਉਹ ਕਹਿੰਦੇ ਹਾਂ ਅਸੀਂ ਇਹ ਕੀਤਾ, ਮੈਂ ਤੇ ਇਸ ਗੱਲ ਦੇ ਉਹਨਾਂ ਨਿਹੰਗ ਸਿੰਘਾਂ ਨੂੰ ਸਲੂਟ ਕਰਦਾ ਵੀ ਉਹਨਾਂ ਨੇ ਮੰਨਿਆ ਅਸੀਂ ਮਾਰਿਆ ਇਹਨੂੰ, ਇਹਨੇ ਸਾਡੇ ਗੁਰੂ ਦੀ ਬੇਅਦਬੀ ਕੀਤੀ, ਅਸੀਂ ਇਹਨੂੰ ਮਾਰ ਦਿੱਤਾ। ਨਹੀਂ ਤਾਂ ਕਈ ਵਾਰੀ ਕਿਸੇ ਨਿਹੱਕ ਦੇ ਹੱਡ ਤੋੜੇ ਜਾਂਦੇ ਵੀ ਤੂੰ ਮੰਨ ਆ ਗੱਲ ਮੈਂ ਕੀਤੀ ਆ। ਅਸੀਂ ਤੇ ਇਹ ਕਵਾਂਗੇ, ਜਿੰਨੇ ਫੇਸਬੁੱਕ ਤੇ ਜਾਂ ਜਿਹੜੀਆਂ ਵੀ ਚੈਨਲਾਂ ਤੇ ਜੋ ਵੀ ਲੋਕ ਇਹ ਗੱਲ ਕਰ ਰਹੇ ਆ, ਇਹਨੂੰ ਕਿਸਾਨੀ ਮੁੱਦੇ ਨੂੰ ਢਾਹ ਲਾਉਣ ਦੇ ਨਾਲ ਨਾ ਸੋਚਿਆ ਜਾਵੇ। ਇਹਨੂੰ ਇਸ ਤਰ੍ਹਾਂ ਸੋਚਿਆ ਜਾਵੇ, ਲੋਕੋ, ਜਿਹੜਾ ਕੋਈ ਕਿਸੇ ਧਾਰਮਿਕ ਗ੍ਰੰਥ ਦੀ, ਧਾਰਮਿਕ ਅਜ਼ਮਤ ਦੀ ਕੋਈ ਬੇਅਦਬੀ ਕਰੂਗਾ, ਉਹਦਾ ਹਸ਼ਰ ਪੰਜਾਬ ਦੇ ਜੰਮੇ ਨਿਹੰਗ ਸਿੰਘ ਇਦਾਂ ਕਰਦੇ ਆ। ਤੇ ਜੇ ਨਿਹੰਗ ਬਾਣੇ ਦੇ ਵਿੱਚ ਪੂਲਾ ਸੀ, ਆਪਾਂ ਪਹਿਲਾਂ ਵੀ ਗੱਲ ਕੀਤੀ, ਜੇ ਨਿਹੰਗ ਬਾਣੇ ਲਿਬਾਸ ਵਿੱਚ ਜੀਤ ਸਿੰਘ ਪੂਲੇ ਨੇ ਗਲਤੀ ਕੀਤੀ, ਉਹਨੂੰ ਜੇਲ੍ਹ ਦੇ ਵਿੱਚ ਲੂਹ ਦਿੱਤਾ ਗਿਆ। ਬਹੁਤ ਤਸ਼ੱਦਦ ਵਾਲੀ ਗੱਲ ਆ, ਜੀਂਦੇ ਬੰਦੇ ਨੂੰ ਸਾੜ ਦੇਣਾ। ਪਰ ਅਸਲੀ ਗੱਲ ਇਹ ਆ ਵੀ ਜਿਹੜਾ ਕੋਈ ਵੀ ਬੰਦਾ ਆਪਣੇ ਧਰਮ ਦੇ ਨਾਲ ਸੰਬੰਧ ਰੱਖਦਾ, ਉਹ ਹਰੇਕ ਧਰਮ ਨੂੰ ਆਪਣਾ ਆਪਣਾ ਧਰਮ ਪਿਆਰਾ। ਤੇ ਜੇ ਕਹੀਏ ਸਾਡੀ ਸਿਰਮੌਰ ਜਥੇਬੰਦੀ, ਸ਼੍ਰੋਮਣੀ ਕਮੇਟੀ, ਕਿੰਨੀਆਂ ਸੰਸਥਾਵਾਂ ਬਣੀਆਂ ਬੜੇ ਵੱਡੇ ਲੈਵਲ ਦੇ ਸਿੱਖ ਧਰਮ ਦੇ, ਮੇਰੇ ਵਰਗੇ ਕਹਿ ਰਹੇ ਵੀ ਅਸੀਂ ਇਹਦੇ ਮੋਢੀ ਹਾਂ। ਉਹਨਾਂ ਨੂੰ ਹੁਣ ਇਹ ਗੱਲ ਸੋਚਣੀ ਬਣਦੀ ਆ ਵੀ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਨਿਹੰਗ ਸਿੰਘਾਂ ਨੇ ਇਹ ਗੱਲ ਕੀਤੀ ਆ, ਨਿਹੰਗ ਸਿੰਘਾਂ ਦਾ ਸਾਥ ਦਿਓ। ਉਹ ਕਿਸਾਨਾਂ ਦਾ ਕਰਕੇ ਹੀ ਉੱਥੇ ਬੈਠੇ ਆ। ਉਹਨਾਂ ਦਾ ਆਪਣਾ ਕੋਈ ਨਿੱਜੀ
ਨਹੀਂ ਗਾ ਗੱਲਬਾਤ ਵੀ ਕਿਸਾਨਾਂ ਦਾ ਮਸਲਾ ਵੱਖਰਾ ਸਾਡਾ ਵੱਖਰਾ, ਨਹੀਂ। ਮੈਂ ਤਾਂ ਕਹਿੰਦਾ ਕੋਈ ਇਦਾਂ ਦਾ ਕਾਨੂੰਨ, ਇਦਾਂ ਜੇ ਕਾਨੂੰਨ ਨੂੰ ਹੀ ਇਹ ਮੁੱਖ ਰੱਖਦੇ, ਕੋਈ ਇਦਾਂ ਦਾ ਕਾਨੂੰਨ ਬਣਨਾ ਚਾਹੀਦਾ ਜਦੋਂ ਸਾਡੇ ਪੰਜਾਬ 'ਚ ਕੀ ਪੂਰੇ ਹਿੰਦੁਸਤਾਨ 'ਚ ਪੂਰੇ ਇੰਡੀਆ ਦੇ ਵਿੱਚ ਕੋਈ ਰੇਪ ਜਾਂ ਗੁਰੂ ਸਾਹਿਬ ਦੀ ਕਿਸੇ ਵੀ ਗ੍ਰੰਥ ਦੀ ਬੇਅਦਬੀ ਹੁੰਦੀ ਆ ਤਾਂ ਉਹਦਾ ਹਸ਼ਰ ਇਦਾਂ ਦਾ ਗਵਰਨਮੈਂਟ ਵੱਲੋਂ ਹੋਣਾ ਚਾਹੀਦਾ। ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੀਆਂ ਗਲਤੀਆਂ ਕਾਨੂੰਨ ਹੋਣੇ ਚਾਹੀਦਾ ਵੀ ਇਹਨੂੰ 2 ਮਹੀਨੇ 4 ਮਹੀਨੇ 'ਚ ਇਹਦਾ ਰਿਜ਼ਲਟ ਆਊਗਾ, ਇਹਨੂੰ ਸਜ਼ਾ ਹੋਊਗੀ ਬੰਦੇ। ਬਿਲਕੁਲ ਇਸ ਤਰ੍ਹਾਂ ਦੀ ਸਜ਼ਾ ਹੋਵੇ ਕਿ ਉਹ ਸਜ਼ਾ ਨੂੰ ਦੇਖ ਕੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਡਰਦੇ ਹੀ ਉਹ ਕੰਮ ਨਾ ਕਰਨ। ਹਾਂ, ਤੁਸੀਂ ਕੀ ਕਹਿਣਾ ਚਾਹੋਗੇ? ਆਪਾਂ ਵਾਈਂਡ ਅਪ ਕਰਦੇ ਹਾਂ ਪ੍ਰੋਗਰਾਮ ਨੂੰ। ਮੈਂ ਇਹ ਕਹੂੰਗਾ ਕਿ ਨਿਹੰਗ ਸਿੰਘਾਂ ਨੇ ਇੱਕ ਆਪਾਂ ਨੂੰ ਜੋ ਬੇਅਦਬੀਆਂ ਦੀ ਇੱਕ ਲਿਸਟ ਚੱਲ ਰਹੀ ਹੈ ਇੰਨੇ ਲੰਬੇ ਸਮੇਂ ਤੋਂ, ਉਹਨਾਂ ਨੇ ਇੱਕ ਠੱਲਣ ਦੀ ਬਹੁਤ ਪਹਿਲ ਕਦਮੀ ਕੀਤੀ ਆ। ਆਪਾਂ ਨੂੰ ਉਹਨਾਂ ਨੂੰ ਸਰਾਹੁਣਾ ਚਾਹੀਦਾ, ਉਹਨਾਂ ਦਾ ਸਾਥ ਦੇਣਾ ਚਾਹੀਦਾ। ਜਥੇਬੰਦੀਆਂ ਦੇ ਵਿਚਾਰ ਆਪਣੀ ਜਗ੍ਹਾ ਨੇ, ਉਹ ਇੱਕ ਇੰਨੇ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਆ, ਉਹਨਾਂ ਦੀ ਵਿਚਾਰਧਾਰਾ ਆ, ਉਹਨਾਂ ਦੀ ਉਹ ਆਪਣੀ ਵਿਚਾਰਧਾਰਾ ਤੇ ਚੱਲ ਰਹੇ। ਆਪਾਂ ਉਹਨਾਂ ਨੂੰ ਗਲਤ ਨਹੀਂ ਕਹਿ ਰਹੇ, ਪਰ ਨਿਹੰਗ ਸਿੰਘਾਂ ਨੇ ਬਹੁਤ ਵਧੀਆ ਕੀਤਾ। ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ। ਆਪਾਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਇਹ ਬੇਅਦਬੀਆਂ ਠੱਲਣੀਆਂ ਚਾਹੀਦੀਆਂ, ਇਹਨਾਂ ਨੂੰ ਸੋਧੇ ਲਾਓ। ਅੱਜ ਲਾਤਾ ਤੇ ਅੱਜ ਕੱਛੇ ਨਾ ਗਿੱਲੇ ਕਰੀਏ। ਅੱਜ ਜੇ ਉਹਨਾਂ ਨੇ ਸੋਧਾ ਲਾਤਾ ਤਾਂ ਉਹਨਾਂ ਦੇ ਨਾਲ ਹਿੱਕਾਂ ਠੋਕ ਕੇ ਖੜੀਏ, ਉਹਨਾਂ ਦਾ ਸਾਥ ਦਈਏ, ਉਹਨਾਂ ਦੇ ਕੀਤੇ ਹੋਏ ਕਾਰਜ ਨੂੰ ਸਰਾਹੀਏ ਕਿ ਬਹੁਤ ਵਧੀਆ ਕੀਤਾ। ਕਿਉਂਕਿ ਫੇਰ ਹੀ ਜੇ ਅਸੀਂ ਆਪਣੇ ਚਾਹੁੰਦੇ ਆ ਕਿ ਸਾਡੇ ਇੱਥੇ ਜੰਮਣ, ਸੂਰਮੇ ਜੰਮਣ, ਤਾਂ ਮਾੜਾ ਜਿਹਾ ਸਾਨੂੰ ਵੀ ਤਕੜੇ ਹੋਣਾ ਪੈਣਾ। ਸੂਰਮੇ ਐ ਨਹੀਂ ਜੰਮਿਆ ਕਰਦੇ। ਜੇ ਸਾਥ ਅਸੀਂ ਕਿਸੇ ਦਾ ਦੇ ਨਹੀਂ ਸਕਦੇ, ਘਰੇ ਬਹਿ ਕੇ ਅਸੀਂ ਸਿਰਫ ਗੱਲਾਂ ਕਰ ਸਕਦੇ ਆ। ਤੇ ਸਾਨੂੰ ਧਰਮ ਬਾਰੇ ਥੋੜੀ ਜਿਹੀ ਜਾਣਕਾਰੀ ਹੋਣੀ ਜ਼ਰੂਰੀ ਆ। ਹਰ ਬੰਦੇ ਨੂੰ ਜਿੰਨੀ ਕੁ ਜੋਗਾ ਆ ਉਹਨੂੰ ਕੋਸ਼ਿਸ਼ ਕਰਨੀ ਚਾਹੀਦੀ, ਉਹਨੂੰ ਆਪਣੇ ਧਰਮ ਦਾ ਥੋੜਾ ਜਿਹਾ ਤਾਂ ਗਿਆਨ ਹੋਣਾ ਚਾਹੀਦਾ। ਤਾਂ ਹੀ ਉਹ ਆਪਣਾ ਪਿਛੋਕੜ ਪੜਾਂਗੇ ਤਾਂ ਹੀ ਆਪਾਂ ਕਿਸੇ ਇਸ ਜਾਤ ਮਜ਼ਹਬ ਦੇ ਨਾਲ ਨਾ ਇਹਨੂੰ ਜੋੜਿਆ ਜਾਵੇ। ਇਸ ਮਸਲੇ ਨੂੰ ਕਿਸੇ ਜਾਤ ਮਜ਼ਹਬ ਨਾਲ ਨਾ ਜੋੜਿਆ ਜਾਵੇ, ਕਿਸੇ ਇੱਕ ਧਰਮ ਨਾਲ ਨਾ ਜੋੜਿਆ ਜਾਵੇ। ਬਿਲਕੁਲ, ਬਹੁਤ ਸਾਰੇ ਗੱਲਾਂ ਇਹ ਹੋ ਰਹੀਆਂ ਨੇ, ਐਸੀ ਆ ਜੇ ਫਲਾਨਾ ਸੀ। ਹਾਂ, ਜੇ ਮੰਨ ਲਿਆ ਇਹ ਤੁਹਾਡੀ ਗੱਲ ਚੋਂ ਗੱਲ ਐਸੀ ਆ, ਤੇ ਜੇ ਦੂਸਰੇ ਪਾਸੇ ਵੇਖਿਆ ਜਾਵੇ, ਜੀਵਨ ਸਿੰਘ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਲੈ ਕੇ ਆਇਆ, ਭਾਈ ਜੀਵਨ ਸਿੰਘ, ਭਾਈ ਜੈਤਾ ਰੰਗਰੇਟਾ ਗੁਰੂ ਦਾ ਬੇਟਾ ਖਿਤਾਬ ਦਿੱਤਾ, ਉਹ ਵੀ ਫੇ ਐਸੀ ਹੀ। ਪਰ ਅਸੀਂ ਐਸੀ ਨਹੀਂ ਕਹਿ ਸਕਦੇ, ਸਾਡੇ ਗੁਰੂ ਨੇ ਜਾਤ ਤੋਂ ਮਨਾਹੀ ਕਰ ਦਿੱਤੀ। ਜਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਬਾਣੀ 'ਚ ਦਰਜ ਆ ਗੱਲਾਂ। ਉਹ ਕਹਿੰਦੇ ਜਾਤਾਂ ਦਾ ਗਰਬ ਨਾ ਕਰ, ਮੈਂ ਆ ਜਾਂ ਤੇ ਮੈਂ ਉਹ, ਨਹੀਂ, ਜਾਤਾਂ ਇੱਕੋ ਹੀ ਆ। ਭਾਈ ਜੀਵਨ ਸਿੰਘ ਦਾ ਕੌਣ ਇਤਿਹਾਸ ਇਹ ਮੇਟ ਦੂ ਕੋਈ ਬੰਦਾ? ਨਹੀਂ ਮੇਟ ਸਕਦਾ। ਇਸ ਕਰਕੇ ਨਾ ਜਾਤ ਨਾਲ ਰਿਲੇਟਡ ਆ, ਨਾ ਧਰਮ ਨਾ ਕਿਸੇ ਨਾਲ। ਹਾਂ, ਇਹ ਜਿਹੜੇ ਨਿਹੰਗ ਸਿੰਘ ਗੱਲਾਂ, ਨਿਹੰਗ ਸਿੰਘਾਂ ਨੂੰ ਆਪਣੇ ਮੁਤਾਬਕ ਉਹ ਗੱਲ ਗਲਤ ਲੱਗੀ, ਉਹਦੀ ਉਹਨਾਂ ਨੇ ਮੌਕੇ ਤੇ ਸਜ਼ਾ ਦੇ ਦਿੱਤੀ ਹੈ। ਮੈਂ ਕਿਸੇ ਦੇ ਘਰ ਚੋਰੀ ਕਰਨ ਜਾਊਂਗਾ, ਮੈਂ ਜੇ ਮੌਕੇ ਤੇ ਫੜਿਆ ਜਾਣਾ, ਮੇਰਾ ਤਾਂ ਖਿਆਲ ਨਹੀਂ ਉਹ ਕਹਿਣਗੇ ਵੀ ਰੁਕ ਜਾ ਮਾੜਾ ਜਿਹਾ, ਤੇਰੀ ਪਹਿਲਾਂ ਸਪਸ਼ਟੀਕਰਨ ਲਈਏ, ਫਿਰ ਤੈਨੂੰ ਪੁਲਿਸ ਸੱਦੀਏ। ਅਗਲੇ ਤੇ ਮੌਕੇ ਤੇ ਮੇਰੀ ਲਾਹ ਕੇ ਧੌੜੀ ਲਾਉਣਗੇ ਵੀ ਤੂੰ ਸਾਡੇ ਘਰ ਚੋਰੀ ਕਿੱਦਾਂ ਕਰਨਾ ਹੈ। ਪਿਛਲੇ ਦਿਨੀ ਯੂਪੀ 'ਚ ਨਹੀਂ ਕਾਂਡ ਹੋਇਆ, ਇੱਕ ਮੁੰਡਾ ਮਾਰਤਾ, ਕਹਿੰਦੇ ਹਲਕੀ ਉਮਰ ਦਾ ਸੀ। ਹਾਂ, 17 ਸਾਲ ਦਾ। ਮੈਨੂੰ ਲੱਗਦਾ ਵੀ ਹਲਕੀ ਉਮਰ ਦੇ ਲੋਕਾਂ ਦੀਆਂ ਕੰਧਾਂ ਥੋੜੀ ਟੱਪਦੇ ਫਿਰ। ਹਾਂ, ਉਹ ਬੜਾ ਹਾਈਲਾਈਟ ਹੋਇਆ ਮਾਮਲਾ। 17 ਸਾਲਾਂ ਦਾ ਨੌਜਵਾਨ ਸੀ, ਇਕੱਲਾ ਭੈਣਾਂ ਦਾ ਭਰਾ ਸੀ, ਮਾਰ ਦਿੱਤਾ ਗਿਆ। ਉਹ ਜਦੋਂ ਕੋਈ ਕਿਸੇ ਦੇ ਘਰੇ ਜਾਊਗਾ, ਕਿਸੇ ਘਰੇ ਜਾ ਕੇ ਕਿਸੇ ਦੀ ਪੱਗ ਨੂੰ, ਕਿਸੇ ਦੀ ਦਾੜੀ ਨੂੰ ਕੋਈ ਹੱਥ ਪਾਊਗਾ, ਮੇਰਾ ਤਾਂ ਖਿਆਲ ਨਹੀਂ ਜੇ ਜਿਉਂਦਾ ਬੰਦਾ ਹੋਇਆ ਢਿੱਲ ਨਹੀਂ ਕਰੂਗਾ। ਹਾਂ, ਜੇ ਮਰਿਆ ਹੋਊਗਾ ਤਾਂ ਉਹ ਤਾਂ ਫੇਰ ਵਿਚਾਰਾ ਮਰਿਆ ਹੀ ਆ ਨਾ। ਮਰੇ ਬੰਦੇ ਦੇ ਸਾਹਮਣੇ ਤੇ ਜੋ ਮਰਜ਼ੀ ਹੋਈ ਜਾਵੇ। ਸੋ ਬਿਲਕੁਲ, ਸੋ ਇਹ ਸੀ ਉਸ ਮੁੱਦੇ ਨੂੰ ਲੈ ਕੇ ਸਾਰਾ ਸਪਸ਼ਟੀਕਰਨ, ਸਾਡੀਆਂ ਗੱਲਾਂ ਭਾਜੀ ਹੁਣਾਂ ਦੇ ਨਾਲ, ਮੇਰੇ ਵੀਰ ਛੋਟਾ ਜੱਗੇ ਦੇ ਨਾਲ, ਕਿਉਂਕਿ ਇਹ ਗੱਲਾਂ ਅਕਸਰ ਹੁੰਦੀਆਂ ਨੇ। ਸੋ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਹ ਸਾਰਾ ਪ੍ਰੋਗਰਾਮ ਦੇਖਿਆ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਬਣੇ ਰਹੋ ਮਨੀ ਕਲਾਰ ਦੇ ਅਫੀਸ਼ੀਅਲ ਫੇਸਬੁੱਕ ਪੇਜ, ਯੂਟਿਊਬ ਚੈਨਲ ਔਰ ਜਿਹੜਾ ਵਲੌਗ ਚੈਨਲ ਦੇ ਨਾਲ, ਔਰ ਨਵੀਆਂ ਇਹੋ ਜਿਹੇ ਮੁੱਦਿਆਂ ਦੇ ਉੱਤੇ ਅਸੀਂ ਗੱਲਾਂ ਬਾਤਾਂ ਲੈ ਕੇ ਤੁਹਾਡੇ ਨਾਲ ਸਾਂਝ ਪਾਉਂਦੇ ਰਹਾਂਗੇ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।